नशे वाले मसले में असीं किसी वाले कोई लिहाज नहीं करनी है, चाहे कोई किसी का रिश्तेदार है, चाहे कोई भाई भतीजा कोई भी होवे, तो असीं अपनी कार्रवाई कर रहे हैं। मैं सोमा जी दसना चाहूँगा कि असीं चुप करके नहीं बैठे है, असीं लगे हुए हैं। जद तक उन्होंने जेलों के पिछे नहीं छिड़ते असीं आराम नाल नहीं बैठना। तो साल साडा इतिहासक तलाब दा हो ते उहदा असीं तकरीबन काम करदे आ, बहुत कंपनी देखने वाली चीज़ बनी हुई है। उहदे वास्ते असीं नरेगा तहत काम करिया ते कुछ असीं 4 लाख रुपया अपने कोलों लाया, जिवें कि ਜਿਹੜਾ ਸੀਵਰੇਜ ਦਾ ਪਾਣੀ ਅਸੀਂ ਨਦੀ ਵਿੱਚ ਜਾ ਕੇ ਇਕੱਠਾ ਕਰਿਆ ਹੈ, ਤਲਾਅ ਬਣਾਏ ਬੜੇ ਬੜੇ, ਉਹਦੀ ਸਾਡੀ ਪ੍ਰਪੋਜ਼ਲ ਅਸੀਂ ਸੋਲਰ ਟਿਊਬਵੈੱਲ ਲਵਾ ਕੇ ਉਹ ਅਸੀਂ ਖੇਤਾਂ ਵਿੱਚ ਲਾਈਨ ਪਾਉਣੀ ਹੈ ਤੇ ਸਾਡਾ ਕੰਮ ਉਹ ਚੱਲ ਰਿਹਾ ਹੈ ਤਕਰੀਬਨ। ਤੇ ਹੁਣ ਅਸੀਂ ਉੱਤੇ ਸਟੇਡੀਅਮ ਬਣਾਉਣ ਜਾ ਰਹੇ ਹਾਂ, ਜੋ ਸਾਨੂੰ ਮੈਡਮ ਅਨਮੋਲ ਗਗਨ ਜੀ ਇਹਦੀ ਸਾਨੂੰ ਪਾਸ ਕਰਕੇ ਚਲੇ ਗਏ। ਤੇ ਜਿਹੜੀਆਂ ਸੀਵਰੇਜ ਕਰਕੇ ਗਲੀਆਂ ਪੱਟ ਹੋਈਆਂ ਦੀਆਂ ਉਹ ਤਕਰੀਬਨ ਸਾਡੀਆਂ ਸਾਰੀਆਂ ਪੱਕੀਆਂ ਹੋ ਗਈਆਂ, ਕੁਝ ਗਲੀਆਂ ਹਾਲੇ ਰਹਿੰਦੀਆਂ। ਉਹ ਸਾਡੇ ਕੋਲ ਫੰਡ ਦੀ ਘਾਟ ਹੈ, ਸਰਕਾਰ ਵੀ ਬਦਲ ਕੇ ਸਰਕਾਰ ਨਵੀਂ ਤੇ ਸਾਨੂੰ ਹੁਣ ਪਰਮਿਸ਼ਨ ਮਿਲੀ ਹੈ, ਤੁਸੀਂ ਕੰਮ ਸ਼ੁਰੂ ਕਰੋ, ਸਾਨੂੰ ਗਰੰਟ ਅਸੀਂ ਦਵਾਂਗੇ। ਉਹ ਰਹਿੰਦੀ ਸਾਡੇ ਪਿੰਡ ਦੇ ਵਿੱਚ ਠੇਕੇ ਚੱਲ ਰਹੇ ਸ਼ਰਾਬ ਦੇ ਦਿਨ ਦਿਹਾੜੀ, ਕੋਈ ਰੋਕ ਠੋਕ ਨਹੀਂ। ਕਈ ਵਾਰ ਕਹਿ ਚੁੱਕੇ ਪੁਲਿਸ ਵਾਲੇ, ਕੋਈ ਕਾਰਵਾਈ ਨਹੀਂ ਹੋ ਰਹੀ। ਸਰਪੰਚ ਸਾਹਿਬ ਸੋਮਾ ਜੀ ਦਾ ਕਹਿਣਾ ਵੀ ਠੇਕੇ ਚੱਲ ਰਹੇ, 5-6 ਠੇਕੇ ਖੋਲੇ ਹੋਏ ਨੇ ਵੀ ਸ਼ਰਾਬ ਸਰੇਆਮ ਵਿਕ ਰਹੀ ਹੈ। ਇਹਨਾਂ ਨੂੰ ਬੇਨਤੀ ਕਰੂੰਗਾ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਵੀ ਜਿਹੜਾ ਸਾਡਾ ਸਕੂਲ ਹੈ ਸਿਰਫ ਮਿਡਲ ਕਲਾਸ ਤੱਕ ਹੈ, 8ਵੀਂ ਕਲਾਸ ਤੱਕ, ਉਹਨੂੰ ਅਪਗ੍ਰੇਡ ਕਰਕੇ +2 ਤੱਕ ਦਾ ਕਰਿਆ ਜਾਵੇ। ਤੇ ਦੂਜੀ ਜਿਹੜੀ ਸਭ ਤੋਂ ਬੜੀ ਸਾਨੂੰ ਘਾਟ ਹੈ ਅੱਜ ਪਾਣੀ ਦੀ, ਉਹਦੇ ਵਾਸਤੇ ਸਾਡਾ ਇੱਕ ਡੂੰਘਾ ਟਿਊਬਵੈੱਲ ਹੈ ਜਿਹੜਾ ਲਾਇਆ ਜਾਵੇ, ਦੇ ਵਿੱਚ ਵੀ ਡੂੰਘਾ ਬੋਰ ਕੀਤਾ ਜਾਵੇ। ਉਹ ਵੀ ਅਸੀਂ ਤਕਰੀਬਨ ਸਾਡਾ ਜਿਹੜਾ ਦੂਸਰਾ ਟਿਊਬਵੈੱਲ ਹੈ ਉਹ ਮਨਜ਼ੂਰ ਹੋਇਆ ਵਾ। ਮੇਰਾ ਖਿਆਲ ਹੈ ਮਹੀਨੇ 2 ਮਹੀਨੇ ਵਿੱਚ ਸਾਡਾ ਕੰਮ ਸਟਾਰਟ ਹੋ ਜਾਏਗਾ। ਰੂਲ ਅਪਡੇਟ ਕਰਨੇ ਵਾਸਤੇ ਅਸੀਂ ਐਪਲੀਕੇਸ਼ਨ ਦੇਈ ਵੀ ਹੈ, ਦੁਬਾਰਾ ਫੇਰ ਦਵਾਂਗੇ। ਚਾਚਾ ਜੀ ਬਾਲੀ ਰਾਮ ਜੀ ਦਾ ਪਲਾਟ ਪਿਆ, ਉਹਨਾਂ ਨੇ ਵੀ ਬਹੁਤ ਜਲਦੀ ਮਕਾਨ ਦਾ ਕੰਮ ਸ਼ੁਰੂ ਕਰਨਾ ਹੈ। ਵੀ ਜਦੋਂ ਅਸੀਂ ਉੱਥੇ ਨਾ ਰਾਤ ਨੂੰ ਜਾਂਦੇ ਹਾਂ ਤਾਂ ਉੱਥੇ ਘਾਹ ਬੂਟੀਆਂ ਬਹੁਤ ਜ਼ਿਆਦਾ ਪੈਦਾ ਹੋ ਗਿਆ, ਜਿਹਦੇ ਕਰਕੇ ਸਾਨੂੰ ਡਰ ਲੱਗਦਾ ਹੈ। ਅਸੀਂ ਮੋਬਾਈਲ ਦੀ ਲਾਈਟ ਬਾਲ ਕੇ ਜਾਂ ਪੈਰਾਂ ਦੀ ਥਪਥਵਾਟ ਦੇ ਨਾਲ ਜਾਂਦੇ ਕਿ ਕੋਈ ਸੱਪ ਕੰਡਾ ਨਾ ਸਾਨੂੰ ਕੱਟ ਜਾਵੇ। ਸੋ ਪੁਲਿਸ ਕਹਿੰਦਾ ਵੀ ਕਾਰਵਾਈ ਅਸੀਂ ਤਾਂ ਕਰੂੰਗੇ ਅਗਰ ਉਹਦੇ ਕੋਲ ਕੁਝ ਮਿਲੂਗਾ। ਸਮਾਨ ਸਾਰਾ ਕੁਝ ਮਿਲੇ, ਕੋਈ ਪੁਲਿਸ ਜੇ ਚੱਕ ਕੇ ਲੈ ਕੇ ਗਈ ਹੈ, ਵਾਰਨਿੰਗ ਦੇ ਰਹੀ ਹੈ। ਉਹ ਬੰਦਾ ਸਾਡੇ ਸਾਹਮਣੇ ਮੰਨਿਆ, SHO ਸਾਹਿਬ ਵੀ ਬੈਠੇ ਤੇ, ਉਹਨੇ ਕਿਹਾ ਵੀ ਮੈਂ ਖਾਂਦਾ ਵੀ ਹਾਂ ਵੇਚਦਾ ਵੀ ਹਾਂ। ਇਸ ਤੋਂ ਉੱਪਰ ਬੰਦਾ ਕਿਆ ਸਮਾਨ ਫੜੂਗਾ। ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ। ਇਹ ਕਿਸ ਦੇ ਸੰਬੰਧ ਵਿੱਚ ਅੱਜ ਇਹ ਮੀਟਿੰਗ ਰੱਖੀ ਗਈ ਹੈ? ਦੇਖੋ ਜੀ, ਪਹਿਲਾਂ ਤਾਂ ਮੈਂ ਤੁਹਾਡਾ ਇੱਥੇ ਬਹੁਤ ਧੰਨਵਾਦ ਕਰਦਾ। ਤੁਸੀਂ ਮੌਕੇ ਸਿਰ ਇੱਥੇ ਆਉਂਦੇ ਤੇ ਬਹੁਤ ਅਸਲੀ ਮੁੱਦੇ ਤੁਸੀਂ ਚੱਕਦੇ ਆ ਬਿਨਾਂ ਕਿਸੇ ਲਗਾਓ ਤੇ ਬਿਜੰਗ ਲਪੇਟ ਤੇ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਦੂਸਰੇ ਮੈਂ ਆਪਣੇ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਜੀ। ਇਹ ਸਾਡੀ ਪੰਚਾਇਤ ਨੂੰ ਬਣੇ ਨੂੰ ਤਕਰੀਬਨ ਅੱਜ 4 ਸਾਲ ਹੋਣ ਵਾਲੇ ਹੈ, ਮਹੀਨੇ 2 ਮਹੀਨੇ ਤੱਕ। ਤੇ ਸਾਡਾ ਜੋ ਨਗਰ ਹੈ ਇਹਨੇ ਪੰਚਾਇਤ ਦਾ ਪੂਰਾ ਸਹਿਯੋਗ ਦਿਆ ਹੈ ਤੇ ਹੁਣ ਵੀ ਦੇ ਰਹੇ ਹੈ। ਹੁਣ ਸਰਕਾਰ ਸਾਡੀ ਬਣ ਗਈ ਹੈ, ਆਮ ਆਦਮੀ ਪਾਰਟੀ ਦੀ ਆ ਗਈ ਹੈ। ਤੇ ਕਿਉਂਕਿ ਪਹਿਲਾਂ ਹੁਣ 3-4 ਮਹੀਨੇ ਤੋਂ ਸਾਡੇ ਸਾਰੇ ਜਿਹੜੇ ਵਿਕਾਸ ਦੇ ਕੰਮ ਤੇ ਉਹ ਬੰਦ ਪਏ ਹੈ। ਤੇ ਹੁਣ ਸਾਡੇ ਇੱਕ ਮੇਲਾ ਭਰਦਾ ਹੁੰਦਾ ਸਾਲ ਬਾਅਦ, ਉੱਥੇ ਮੈਡਮ ਅਨਮੋਲ ਗਗਨ ਜੀ ਇੱਥੇ ਆਏ ਤੇ ਸਾਨੂੰ ਉਹ ਕਹਿ ਕੇ ਗਏ ਤੁਸੀਂ ਕੰਮ ਆਪਣੇ ਸ਼ੁਰੂ ਕਰਾਓ ਤੇ ਜਿਹੜੇ ਤੁਹਾਡੇ ਅਧੂਰੇ ਪਏ ਹੈ। ਤੇ ਉਸ ਸੰਬੰਧ ਵਿੱਚ ਅਸੀਂ ਅੱਜ ਆਪਣੇ ਜਿਹੜੇ ਪਤਵੰਤੇ ਜਿੰਨੇ ਪਿੰਡ ਦੇ ਹੈ ਅਨਾਉਂਸਮੈਂਟ ਕਰਕੇ ਇਹਨਾਂ ਨੂੰ ਬੁਲਾਇਆ ਵੀ ਜਿਹੜੇ ਕੰਮ ਹੋਣੇ ਵਾਲੇ ਆਪਾਂ ਬੈਠ ਕੇ ਸਲਾਹ ਕਰਕੇ ਤੇ ਉਹਨਾਂ ਦੇ ਮਤੇ ਪਾ ਕੇ ਅਸੀਂ ਅੱਗੇ ਗ੍ਰਾਂਟ ਵਾਸਤੇ ਦਈਏ, ਅਸੀਂ ਉਹ ਕੰਮ ਸ਼ੁਰੂ ਕਰ ਸਕੀਏ। ਤੇ ਕੁਝ ਸਾਡੇ ਲੋਕਾਂ ਦਾ ਇਹ ਵੀ ਮੁੱਦਾ ਹੈ ਕਿ ਪਿੰਡ ਦੇ ਵਿੱਚ ਜਦ ਕਿ ਸਾਡਾ ਪਿੰਡ ਬਹੁਤ ਸਾਫ਼ ਸੁਥਰਾ, ਮਿਸਾਲ ਤੇ ਇੱਕ ਹੁਣ ਪਿਛਲੇ ਕੋਈ 5-6 ਮਹੀਨਿਆਂ ਤੋਂ ਇੱਥੇ ਨਸ਼ੇ ਦੀ ਭਰਮਾਰ ਹੈ ਤੇ ਦਿਨ ਬਾ ਦਿਨ ਵੱਧਦੇ ਜਾ ਰਹੇ ਹੈ। ਨਸ਼ਾ ਖਾਣੇ ਵਾਲੇ ਵੀ ਵੱਧ ਰਹੇ ਹੈ, ਨਸ਼ਾ ਵੇਚਣੇ ਵਾਲੇ ਵੀ ਵੱਧ ਰਹੇ ਹੈ। ਤੇ ਕੁਝ ਲੋਕ ਵਿੱਚ ਤੇ ਉਹਨਾਂ ਦੀ ਸਪੋਰਟ ਵੀ ਕਰਦੇ ਆ ਚੁੱਪ ਕੇ। ਤਾਂ ਅਸੀਂ ਉਹਨਾਂ ਨੂੰ ਘਰ ਘਰ ਜਾ ਕੇ ਤੇ ਮੈਸੇਜ ਲਾ ਕੇ ਤੇ ਉਹਨਾਂ ਨੂੰ ਸੁਨੇਹੇ ਦੇ ਵੀ ਕਿਰਪਾ ਕਰਕੇ ਜਿਹੜੇ ਨਸ਼ੇੜੀ ਆ ਉਹਨਾਂ ਦੀ ਸਪੋਰਟ ਨਾ ਕਰੋ, ਨਹੀਂ ਤਾਂ ਅਸੀਂ ਤੁਹਾਨੂੰ ਵੀ ਲਪੇਟੇ ਵਿੱਚ ਲਾਉਂਗੇ। ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਅਸੀਂ ਬਖਸ਼ਣਾ ਕੋਈ ਨਹੀਂ ਹੈ। ਲੇਕਿਨ ਸਾਡੇ ਕੁਛ ਇੱਥੇ ਭਾਈਚਾਰਾ ਬੈਠਾ, ਇਹਨਾਂ ਦਾ ਇਤਰਾਜ਼ ਹੈ
ਵੀ ਪਿੱਛੇ ਇੱਕ ਕਾਂਡ ਹੋ ਗਿਆ ਦਾ ਗੋਲੀਆਂ ਪਕੜੀਆਂ ਗਈਆਂ, ਖਾਸਾ ਰੌਲਾ ਰੱਪਾ ਪਿਆ ਤਾਂ ਉਹ ਬੰਦੇ ਪਕੜ ਲਏ ਤਾਂ ਪੁਲਿਸ ਨੇ ਫਿਰ ਦੁਬਾਰਾ ਛੱਡਦੇ ਵਾਰਨਿੰਗ ਦੇ ਕੇ। ਇਹ ਅੱਜ ਮੇਰੇ ਕੋਲ ਬਾਰ-ਬਾਰ ਮੁੰਡੇ ਇਕੱਠੇ ਹੋ ਕੇ ਆਉਂਦੇ ਵੀ ਉਹ ਕਿਉਂ ਛੱਡੇ ਤੇ ਅਗਲੀ ਕਾਰਵਾਈ ਕਿਆ ਹੋ ਰਹੀ ਹੈ, ਉਹਦੇ ਬਾਰੇ ਵੀ ਸਾਡੀ ਗੱਲਬਾਤ ਹੋਣੀ ਹੈ। ਤੇ ਅਗਲੀ ਸਾਡੀ ਗੱਲ ਆ ਹੈ ਵੀ ਜਿਹੜਾ ਅਸੀਂ 4 ਸਾਲਾਂ ਵਿੱਚ ਕੰਮ ਕਰੇ ਜੋ ਵੀ ਕਰੇ, ਕਿਉਂਕਿ ਸਾਡੇ ਪਿੰਡ ਨੇ ਸਾਨੂੰ ਸਹਿਯੋਗ ਵੀ ਦਿਆ, ਟਰੈਕਟਰ ਟਰਾਲੀਆਂ ਵੀ ਲਾਈਆਂ, ਪੈਸੇ ਵੀ ਦਏ ਤੇ ਪੂਰਾ ਸਹਿਯੋਗ ਬਾਈ ਇੱਕਾ ਦੁੱਕਾ ਹੁੰਦੇ ਉਹਦੀ ਕੋਈ ਪਰਵਾਹ ਨਹੀਂ ਕਰਦੇ। ਕਿਹੜੇ ਕੰਮ ਨੇ ਅਧੂਰੇ ਜਿਹੜੇ ਪਿੰਡ ਦੇ ਵਿੱਚ ਹੋਏ ਨੇ? ਮੈਂ ਉਹੀ ਗੱਲ ਦੱਸਣ ਲੱਗਾ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸੂਗਾ ਆਪਣਾ ਵੀ ਅਸੀਂ 4 ਸਾਲਾਂ ਵਿੱਚ ਕਿਆ ਕਰਿਆ ਤਾਂ ਕਿ ਸਭ ਦੀ ਨੌਲੇਜ ਵਿੱਚ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲੀ ਗੱਲ ਹੈ ਤੇ ਸੀਵਰੇਜ ਦਾ ਕੰਮ ਕਰਿਆ, ਜਿਹੜਾ ਕਿ ਬਹੁਤ ਬੜਾ ਪ੍ਰੋਜੈਕਟ ਦਾ, ਜਿਹੜਾ ਸਾਡਾ ਪੂਰਾ 2 ਸਾਲ ਚੱਲਿਆ। ਉਹ ਤਕਰੀਬਨ ਸਾਡੇ ਸੀਵਰੇਜ ਪੈ ਚੁੱਕੀ ਹੈ, ਥੋੜੀ ਬਹੁਤੀ ਰਹਿੰਦੀ ਹੈ ਤੇ ਉਹ ਵੀ ਅਸੀਂ ਆਪਣੇ ਮੰਤਰੀ ਜੀ ਨੂੰ ਡਿਮਾਂਡ ਕਰੀਏ ਵੀ ਸਾਡੇ ਰਹਿਣ ਦਾ ਕੰਮ ਇਹ ਵੀ ਅਧੂਰਾ ਜਿਹੜਾ ਪੂਰਾ ਕਰਾਇਆ ਜਾਵੇ। ਤੀਸਰਾ, ਸਾਡੇ ਜੋ ਪਾਈਪਲਾਈਨ ਪਾਣੀ ਵਾਲੀ ਸੀ ਉਹ ਜਾਂ ਅਸੀਂ ਗਲੀਆਂ ਪੱਟੀਆਂ, ਸਾਰੀ ਪੱਟ ਹੋ ਗਈ, ਉਹ ਸਾਰੀ ਦੁਬਾਰਾ ਅਸੀਂ ਨਵੀਂ ਪਾਤੀ। ਤੇ ਸਾਡੀ ਆਬਾਦੀ ਬਹੁਤ ਹੈ ਲੇਕਿਨ ਜਿਹੜਾ ਪਾਣੀ ਆ ਉਹ ਸਾਡੇ ਕੋਲ ਇੱਕ ਟਿਊਬਵੈੱਲ ਹੈ, ਘੱਟ ਹੈ। ਇਸ ਕਰਕੇ ਅਸੀਂ ਇਹ ਕਹਿ ਕੇ ਪੱਲੇ ਛਡਾ ਸਕਦੇ ਪਿੰਡ ਵਾਸੀਆਂ ਤੋਂ ਵੀ ਪਾਣੀ ਪੂਰਾ ਹੈ ਨਹੀਂ, ਅਸੀਂ ਕੀ ਕਰੀਏ। ਤਾਂ ਅਸੀਂ ਮਹੱਲਾ ਵਾਈਜ਼ ਉੱਥੇ ਬਾਲ ਲਾਤੇ। ਹੁਣ ਇੱਕ ਉਹ ਬਾਲ ਅਸੀਂ ਬੰਦ ਕਰਦੇ, ਦੂਆ ਖੋਲਦੇ, ਉਹ ਬੰਦ ਕਰਦੇ। ਇਸ ਕਰਕੇ ਅਸੀਂ ਬਹੁਤ ਔਖਾ ਜਿਹੜਾ ਹੈ ਗੁਜ਼ਾਰਾ ਕਰ ਰਹੇ ਪਾਣੀ ਦਾ, ਜਿਹੜਾ ਕਿ ਸਾਡੇ 2 ਟਿਊਬਵੈੱਲਾਂ ਦੀ ਜਿਹੜੀ ਹੈ ਖਪਤ ਪੱਕੀ ਹੈ, ਅਸੀਂ ਸਾਰ ਰਹੇ ਹਾਂ। ਅਸੀਂ ਸਾਰੀ ਪਾਈਪਲਾਈਨ ਅਸੀਂ ਨਵੀਂ ਪਾਤੀ ਉਹ, ਤੇ ਬਾਲ ਸਾਰੇ ਲਾਤੇ ਨਵੇਂ ਅਸੀਂ। ਤੇ ਦੂਸਰੇ ਸਾਡਾ ਇੱਕ ਤਲਾਬ ਤਾਂ ਬਹੁਤ ਪੁਰਾਣਾ, ਜਿਹੜਾ ਕਿ 400 ਸਾਲ ਸਾਡਾ ਇਤਿਹਾਸਿਕ ਤਲਾਬ ਤਾਂ ਉਹ, ਤੇ ਉਹਦਾ ਅਸੀਂ ਤਕਰੀਬਨ ਕੰਮ ਕਰਦੇ ਆ। ਬਹੁਤ ਕਮਰੇ ਦੇਖਣ ਵਾਲੀ ਚੀਜ਼ ਬਣੀ ਵੀ ਹੈ। ਉਹਦੇ ਬਾਅਦ ਅਸੀਂ ਨਰੇਗਾ ਤਹਿਤ ਕੰਮ ਕਰਿਆ ਤੇ ਕੁਝ ਅਸੀਂ 4 ਲੱਖ ਰੁਪਈਆ ਆਪਣੇ ਕੋਲੋਂ ਲਾਇਆ। ਜਿਵੇਂ ਕਿ ਉਹਦਾ ਪੁਲ ਬਣਾਇਆ ਉਹ ਅਸੀਂ ਕੋਲੋਂ ਬਣਾਇਆ, ਟਾਈਲਾਂ ਲਾਈਆਂ ਉਹ ਵੀ ਅਸੀਂ ਕੋਲੋਂ ਲਾਈਆਂ, ਗ੍ਰਿਲ ਲਾਈ ਉਹ ਵੀ ਕੋਲੋਂ ਲਾਈ। ਇਸ ਤਰ੍ਹਾਂ ਮਤਲਬ ਜਿਹੜਾ ਅਸੀਂ ਕੰਮ ਰੁਕਣ ਕੋਈ ਨਹੀਂ ਦਿਆ। ਤੇ ਉਹਦੇ ਬਾਅਦ ਇੱਕ ਟੈਂਕੀ ਵਾ ਸਾਡਾ ਇੱਕ ਪਾਰਕ ਬਣਿਆ ਬਹੁਤ ਵਧੀਆ, ਉੱਥੇ ਟਾਇਲਟ ਬਣੇ ਜਿੱਥੇ ਕਿ ਅੱਕ ਖੜਿਆ ਤਾਂ ਕਿੱਕਰਾਂ ਖੜੀਆਂ ਤੀ, ਵੜਨਾ ਬੜਾ ਔਖਾ ਤਾ। ਅੱਜ ਉੱਥੇ ਲੇਡੀਜ਼ ਤੇ ਬੱਚੇ ਸੈਲ ਕਰਦੇ ਆ। ਤੇ ਉੱਥੇ ਅਸੀਂ ਝੂਲੇ ਲਾਏ ਤੇ ਜਿਮ ਲਾਇਆ, ਜਿਹਦਾ ਲੋਕ ਬਹੁਤ ਆਨੰਦ ਮਾਣ ਰਹੇ ਆ। ਤੇ ਉੱਥੇ ਪਹਿਲਾਂ ਅਸੀਂ ਪਾਣੀ ਦੀ ਜਿਹੜਾ ਸਫਾਈ ਵਾਸਤੇ, ਬਿਮਾਰੀ ਵਾਸਤੇ ਪਾਣੀ ਪਾਉਂਦੇ ਹੁੰਦੇ, ਦਵਾਈ ਪਾਉਂਦੇ ਹੁੰਦੇ ਆ, ਉੱਥੇ ਅਸੀਂ ਮਸ਼ੀਨ ਲਾ ਕੇ ਲਿਆ ਜਿਹੜੀ ਆਟੋਮੈਟਿਕਲੀ ਟੈਂਕੀ ਨਾਲ ਚੱਲਦੀ ਆ ਉਹ, ਤਾਂ ਕਿ ਕੋਈ ਬਿਮਾਰੀ ਨਾ ਫੈਲੇ। ਉਹ ਵੀ ਅਸੀਂ ਨਵੀਂ ਲਾਈ ਵੀ ਆ ਉੱਥੇ। ਤੇ ਇੱਕ ਲੇਡੀਜ਼ ਵਾਸਤੇ ਮਸ਼ੀਨ ਆਉਂਦੀ ਬਾਥਰੂਮਾਂ ਵਿੱਚ, ਉਹਦੀ ਸਾਨੂੰ ਦਿੱਕਤ ਸੀ, ਚੁੱਪ ਕੇ ਸਾਡੇ ਕੋਲ ਮੈਸੇਜ ਆਉਂਦੇ ਵੀ ਉਹ ਚਾਹੀਦੀ ਦਿੱਕਤ, ਉਹ ਵੀ ਅਸੀਂ ਲਾਈ 16-17 ਹਜ਼ਾਰ ਦੀ। ਤੇ ਜਿਹੜਾ ਸੀਵਰੇਜ ਦਾ ਪਾਣੀ ਅਸੀਂ ਨਦੀ ਵਿੱਚ ਆ ਕੇ ਇਕੱਠਾ ਕਰਿਆ ਹੈ, ਤਲਾਅ ਬਣਾਏ ਬੜੇ ਬੜੇ, ਉਹਦੀ ਸਾਡੀ ਪ੍ਰਪੋਜ਼ਲ ਅਸੀਂ ਸੋਲਰ ਟਿਊਬਵੈੱਲ ਲਵਾ ਕੇ ਉਹ ਅਸੀਂ ਖੇਤਾਂ ਵਿੱਚ ਲਾਈਨ ਪਾਉਣੀ ਹੈ। ਤੇ ਸਾਡਾ ਕੰਮ ਉਹ ਚੱਲ ਰਿਹਾ ਹੈ, ਤਕਰੀਬਨ ਉਹ ਵੀ ਸਾਡਾ ਪੂਰਾ ਹੋ ਜਾਏਗਾ। ਤੇ ਸਾਡੇ ਪਿੰਡ ਵਿੱਚ ਮੈਂ ਦੱਸਣਾ ਚਾਹਾਂਗਾ ਕੋਈ ਇਨਕਮ ਦਾ ਜ਼ਰੀਆ ਪੰਚਾਇਤ ਨੂੰ ਨਹੀਂ ਹੈ, ਕੋਈ ਵੀ ਨਿਲ ਹੈ ਬਿਲਕੁਲ ਵੀ। 1 ਪੈਸੇ ਦੀ ਇਨਕਮ ਤੇ ਨਹੀਂ, ਆਪਣਾ ਫੰਡ ਨਹੀਂ ਹੈ। ਤਾਂ ਅਸੀਂ ਨਗਰ ਨਿਵਾਸੀ ਨਾਲ ਸਲਾਹ ਕਰਕੇ ਤੇ ਆਪਣੀ ਪੰਚਾਇਤ ਇਕੱਠੀ ਹੋ ਗਏ, ਸਣੇ ਚੇਅਰਮੈਨ ਸਾਹਿਬ ਸਾਡੇ ਬਲਾਕ ਸਮਿਤੀ ਦੇ, ਤਾਂ ਇਹ ਸਲਾਹ ਕਿ ਸਾਡੀ ਜਗ੍ਹਾ ਬਲਾਕ ਤੇ ਪਈ ਦੀ ਮਾਜਰੀ ਤਹਿਸੀਲ ਦੇ ਵਿੱਚ, ਮਾਜਰੀ ਦੀ। ਤਾਂ ਅਸੀਂ ਉੱਥੇ ਦੁਕਾਨਾਂ ਆਪਣੇ ਸੋਚੇ ਵੀ ਅਸੀਂ ਇਹ ਕਿਰਾਏ ਪਾ ਦੇ ਦਈਏ ਤਾਂ ਕਿ ਪਿੰਡ ਨੂੰ ਕੁਝ ਇਨਕਮ ਹੋ ਸਕੇ, ਲੇਕਿਨ ਫੰਡ ਸਾਡੇ ਕੋਲ ਹੈ ਨਹੀਂ। ਤਾਂ ਅਸੀਂ ਥੋੜੇ ਬਹੁਤੇ ਪੈਸੇ ਇਕੱਠੇ ਕਰੇ, ਕੁਝ ਸਾਨੂੰ ਕੰਗ ਸਾਹਿਬ ਦੀ ਕਿਰਪਾ ਤੇ ਕੁਝ ਜਿਹੜੀਆਂ ਗ੍ਰਾਂਟਾਂ ਮਿਲੀਆਂ, ਉਹ ਅਸੀਂ ਅੱਜ 12-13 ਦੁਕਾਨਾਂ ਜੋ ਬਣ ਕੇ ਤਿਆਰ ਹੋਈ, ਸਾਡੀਆਂ ਕਿਰਾਏ ਤੇ ਵੀ ਚੜ ਗਈਆਂ। ਲੇਕਿਨ ਜਿਹੜੀ ਉਹਨਾਂ ਦੇ ਪੇਮੈਂਟ ਹੈ ਉਹ ਹਾਲੀ ਬਕਾਇਆ ਖੜੀ ਹੈ, ਉਹ ਅਸੀਂ ਦੇਣੀ ਹੈ ਹਾਲੀ। ਤਾਂ ਲੇਕਿਨ ਸਾਡਾ ਇਨਕਮ ਦਾ ਜਿਹੜਾ ਜ਼ਰੀਆ ਤਾਂ ਉਹ 50-60 ਹਜ਼ਾਰ ਦਾ ਮਹੀਨੇ ਦਾ ਉਹ ਸਾਡਾ ਬਣ ਗਿਆ। ਤੇ ਦੂਸਰਾ ਸਕੂਲ ਦੇ ਸਾਡੇ ਅਸੀਂ ਬੂਟੇ ਲਾਏ ਦੇ ਗਰਾਊਂਡ ਵਿੱਚ, ਤੇ ਉੱਥੇ ਡੰਗਰ ਪਸ਼ੂ ਵੜਦੇ ਤੇ ਅਵਾਰਾ, ਉੱਥੇ 4 ਦੀਵਾਰੀ ਕਰਕੇ ਅਸੀਂ ਉਹ ਬੰਦ ਕਰ ਦਿਆ ਗਿਆ ਗਰਾਊਂਡ। ਤੇ ਹੁਣ ਅਸੀਂ ਉੱਥੇ ਸਟੇਡੀਅਮ ਬਣਾਉਣ ਜਾ ਰਹੇ ਹਾਂ, ਜੋ ਸਾਨੂੰ ਮੈਡਮ ਅਨਮੋਲ ਗਗਨ ਜੀ ਇਹਦੀ ਸਾਨੂੰ ਪਾਸ ਕਰਕੇ ਚਲੇ ਗਏ। ਤੇ ਜਿਹੜੀਆਂ ਸੀਵਰੇਜ ਕਰਕੇ ਗਲੀਆਂ ਪੱਟ ਹੋਈਆਂ ਦੀਆਂ ਉਹ ਤਕਰੀਬਨ ਸਾਡੀਆਂ ਸਾਰੀਆਂ ਪੱਕੀਆਂ ਹੋ ਗਈਆਂ। ਕੁਝ ਗਲੀਆਂ ਹਾਲੇ ਰਹਿੰਦੀਆਂ, ਉਹ ਸਾਡੇ ਕੋਲ ਫੰਡ ਦੀ ਘਾਟ ਹੈ। ਸਰਕਾਰ ਵੀ ਬਦਲ ਕੇ ਸਰਕਾਰ ਨਵੀਂ, ਤੇ ਸਾਨੂੰ ਹੁਣ ਪਰਮਿਸ਼ਨ ਮਿਲੀ ਹੈ ਤੁਸੀਂ ਕੰਮ ਸ਼ੁਰੂ ਕਰੋ, ਤੁਹਾਨੂੰ ਗਰਾਂਟਾਂ ਅਸੀਂ ਦਵਾਂਗੇ। ਉਹ ਰਹਿੰਦੀਆਂ ਗਲੀਆਂ ਵੀ ਅਸੀਂ ਜਿਹੜੀਆਂ ਹੈ ਉਹ ਪੱਕੀਆਂ ਕਰਨ ਜਾ ਰਹੇ ਆ। ਜਿੱਥੇ ਅਸੀਂ ਖੜੇ ਆ ਇਹ ਚੌਂਕ ਦੇਖ ਰਹੇ ਆ ਤੁਸੀਂ 4 ਚੁਫੇਰੇ, ਇਹ ਬਿਲਕੁਲ ਕੱਚਾ ਦਾ, ਇੱਟਾਂ ਲੱਗੀਆਂ ਹੋਈਆਂ, ਨਾਲੀਆਂ ਵਿੱਚ ਨੂੰ ਜਾਂਦੀਆਂ ਦੀਆਂ, ਇਹ ਬਿਲਕੁਲ ਅਸੀਂ ਪੱਕਾ ਕਰਾਤਾ। ਤੇ ਇੱਕ ਸ਼ਮਸ਼ਾਨ ਘਾਟ ਸਾਡਾ ਜਿਹੜਾ ਥਾ, ਉਹਦੇ ਸ਼ੈੱਡ ਪਾਏ ਵੇ ਤੇ ਟੀਨਾਂ ਵਾਲੇ, ਉਹ 2 ਸਾਲ ਬਾਅਦ ਗਲ ਜਾਂਦਾ ਤਾਂ ਟੁੱਟ ਜਾਂਦਾ। ਉਹ ਅਸੀਂ ਬਹੁਤ ਹੀ ਵਧੀਆ ਡਿਜ਼ਾਈਨ ਦਾ ਬਹੁਤ ਦੂਰ ਨਕਸ਼ਾ ਦੇਖ ਕੇ ਆਏ ਸੀ, ਜਿਹਦੇ ਪਰ ਸਾਡਾ 6.5 ਲੱਖ ਰੁਪਈਆ ਖਰਚਾ ਆਇਆ ਹੈ। ਜਿਹਦੇ 2.25 ਲੱਖ ਰੁਪਈਆ ਸਾਨੂੰ ਸਰਕਾਰ ਵੱਲੋਂ ਮਿਲੀ, ਤੇ ਬਾਕੀ ਦਾ 4 ਲੱਖ ਰੁਪਈਆ
ਸਾਨੂੰ ਪਿੰਡ ਵਾਸੀਆਂ ਨੇ ਇਕੱਠਾ ਕਰਕੇ ਦਿਆ, ਜਿਹੜਾ ਕਿ ਉਹ ਹੁਣ ਤਿਆਰ ਹੋ ਗਿਆ, ਲੇਕਿਨ ਉਹਦੇ ਬਾਅਦ ਲੋਗੋ ਟੋਲ ਵਗੈਰਾ ਤੇ ਧਾਤੂ ਲੱਗਣੇ ਬਕਾਇਆ ਰਹਿੰਦੀ ਹੈ। ਤੇ ਜਿਹੜਾ ਸਾਡਾ ਪਾਰਕ ਬਣਿਆ ਹੈ, ਉੱਥੇ ਸੋਚਿਆ ਵੀ ਉੱਥੇ ਲੇਡੀ ਜਾਂਦੀ, ਬੱਚੇ ਜਾਂਦੇ, ਉੱਥੇ ਟਾਇਲਟ ਵੀ ਜ਼ਰੂਰੀ ਹੈ। ਉੱਥੇ ਬਹੁਤ ਵਧੀਆ ਢੰਗ ਨਾਲ ਬਹੁਤ ਹੀ ਸੁੰਦਰ ਟਾਇਲਟ ਬਣਾਏ ਹੈ, ਜੋ ਕਿ ਸਵਰਾਜ ਫੈਕਟਰੀ ਆ ਸਾਡੇ ਇੱਥੇ ਸਵਰਾਜ, ਤਾਂ ਇਹਨੂੰ ਲੱਗੀ ਨੂੰ 40-45 ਸਾਲ ਹੋ ਗਏ, ਤਾਂ ਕਿ ਇਹਨਾਂ ਦਾ ਕੋਈ ਸ਼ੇਰ ਪਿੰਡ ਵਿੱਚ ਲਾਣਾ ਹੁੰਦਾ ਹੈ, ਤੇ ਸਾਡੇ ਪਿੰਡ ਵਿੱਚ ਇਹਨੇ ਕਦੇ ਨਹੀਂ ਲਾਇਆ। ਤਾਂ ਅਸੀਂ ਇਹਨਾਂ ਦੇ ਪਿੱਛੇ ਪਏ। ਹੁਣ ਇਹਨਾਂ ਨੇ ਕਾਫੀ ਹੱਦ ਤੱਕ ਸਾਡੇ ਪਿੰਡ ਵਿੱਚ ਬਹੁਤ ਕੰਮ ਕਰਿਆ। ਉਹ ਟਾਇਲਟ ਵੀ ਇਹਨਾਂ ਨੇ ਬਣਾਏ ਹੈ, ਤੇ ਇੱਕ ਅਸੀਂ ਸੋਲਡ ਵੇਸਟ ਬਣਾਇਆ ਉੱਥੇ, ਜਿਹੜਾ ਕਿ ਗਿੱਲਾ ਸੁੱਕਾ ਕੂੜਾ ਚੱਕ ਕੇ ਅਸੀਂ ਬਾਹਰ ਇਕੱਠਾ ਕਰਨਾ ਹੈ, ਉਹ ਸਾਡਾ ਬਣ ਕੇ ਤਿਆਰ ਹੋ ਗਿਆ। ਤੇ ਅਸੀਂ ਡਸਟਬਿਨ ਰੱਖ ਰਹੇ ਹਾਂ, ਤੇ ਕੁਝ ਰੇਹੜੀਆਂ ਅਸੀਂ ਘਰ ਘਰ ਤੋਂ ਕੂੜਾ ਚੱਕੇ ਕਰੇਂਗੀਆਂ। ਤਾਂ ਜਿਹੜੇ ਇਹ ਘਰ ਭਰਤੀ ਹੈ, ਅਸੀਂ ਸਾਰੇ ਨਗਰ ਨਾਲ ਸਲਾਹ ਕਰਕੇ ਵੀ 50 ਰੁਪਏ ਇੱਕ ਘਰ ਕੂੜਾ ਚੱਕਣੇ ਵਾਲੇ ਨੂੰ ਦਊਂਗਾ, ਉਹ ਕੂੜਾ ਅਸੀਂ ਉੱਥੇ ਪਹੁੰਚਾਉਂਗੇ ਜੋ ਸਾਡਾ ਤਿਆਰ ਹੋ ਚੁੱਕਿਆ ਹੈ। ਤੇ ਇੱਕ ਸਾਡੀ ਲਾਇਬ੍ਰੇਰੀ ਦੀ ਬਿਲਡਿੰਗ ਦੀ ਜੋ ਬਹੁਤ ਖਸਤਾ ਹਾਲ ਵਿੱਚ ਪਈ ਸੀ, ਉਹ ਲਾਇਬ੍ਰੇਰੀ ਅਸੀਂ ਬਣਵਾਈ ਹੈ, ਤੇ ਉੱਥੇ ਵੀ ਜੇ ਟਾਇਲਟ ਬਣਵਾਏ ਹੈ, ਉਹ ਬਹੁਤ ਵਧੀਆ ਟਾਇਲਟ ਬਣੇ ਆ, ਜਿਹਦਾ ਸਾਨੂੰ ਬਹੁਤ ਫਾਇਦਾ ਹੋਇਆ। ਤੇ ਸਾਡੇ ਤੁਸੀਂ ਦੇਖੋਗੇ ਬਲਾਕ ਭਾ, ਉੱਥੇ ਇੱਕ ਜਿੱਥੇ ਲੇਡੀਜ਼ ਬੱਸ ਚੜ੍ਹਦੀਆਂ, ਉੱਥੇ ਖੜ੍ਹਨ ਨੂੰ ਕੋਈ ਜਗ੍ਹਾ ਨਹੀਂ ਸੀ। ਤਾਂ ਸਾਨੂੰ ਇਹਦੇ ਬਾਰੇ ਬਹੁਤ ਵਾਰੀ ਰਿਪੋਰਟਾਂ ਆਈਆਂ ਵੀ ਲੇਡੀ ਜਿਹੜੀਆਂ ਹੁੰਦੀਆਂ ਉਹ ਮੀਂਹ ਵੀ ਭੇਜਦੀਆਂ, ਦੁਕਾਨ 'ਚ ਵੜ ਨਹੀਂ ਸਕਦੀਆਂ, ਧੁੱਪ 'ਚ ਖੜ੍ਹਦੀਆਂ। ਤਾਂ ਅਸੀਂ ਉੱਥੇ ਬੱਸ ਅੱਡਾ ਇੱਕ ਬਹੁਤ ਵਧੀਆ MP ਫੰਡ 'ਚੋਂ ਡਿਮਾਂਡ ਕਰੀ, ਉਹ ਸਾਨੂੰ ਦਿਆ, ਉਹ ਅਸੀਂ ਬਣਾਇਆ। ਤੁਸੀਂ ਦੇਖੋਗੇ ਬਹੁਤ ਵਧੀਆ ਬਣਿਆ ਵਾ। ਤੁਹਾਡੀ ਪੰਚਾਇਤ ਵੱਲੋਂ ਬਣਾਇਆ ਗਿਆ? ਹਾਂਜੀ, ਸਾਡੀ ਪੰਚਾਇਤ ਵੱਲੋਂ ਬਣਾਇਆ ਗਿਆ। ਤੇ ਇੱਥੇ ਸਾਡੇ ਕੋਲ ਲੜਕੀਆਂ ਦੇ ਮੈਸੇਜ ਆਉਂਦੇ ਵੀ ਅਸੀਂ ਪੜ੍ਹ ਚੁੱਕੀਆਂ, ਬੇਲੀਆਂ ਹੈ, ਕੋਈ ਸਾਡੇ ਐਸੇ ਪਰਿਵਾਰ ਵੀ ਹੈ ਜਿਹੜੇ ਰੋਟੀ ਰੋਜੀ ਦੀ ਤਲਾਸ਼ ਵਿੱਚ ਹੈ। ਤਾਂ ਉਹ ਲੜਕੀਆਂ ਨਾਲ ਅਸੀਂ ਮੀਟਿੰਗ ਕਰੀ, ਤਾਂ ਉਹਨੂੰ ਪੁੱਛਿਆ ਤੁਸੀਂ ਕੀ ਕਰਨਾ ਚਾਹੁੰਦੀਆਂ। ਉਹ ਕਹਿੰਦੀ ਸਾਨੂੰ ਸਿਲਾਈ ਸੈਂਟਰ ਖੋਲ੍ਹਿਆ ਜਾਵੇ, ਤੇ ਉਹ ਤੋਂ ਬਾਅਦ ਸਾਨੂੰ ਕੰਮ ਕਰਨ ਵੀ ਕਿਤੇ ਲਾਇਆ ਜਾਵੇ। ਤਾਂ ਅਸੀਂ ਇੱਕ ਸਿਲਾਈ ਸੈਂਟਰ ਖੋਲ੍ਹਿਆ। ਅਸੀਂ 18-20 ਮਸ਼ੀਨਾਂ ਸਵਰਾਜ ਵਾਲਿਆਂ ਤੋਂ ਲਈਆਂ। ਉਹ ਸਿਲਾਈ ਸੈਂਟਰ ਸਾਡਾ ਚੱਲ ਰਿਹਾ। 20 ਲੜਕੀਆਂ ਤੀਆਂ ਜਿਹੜੀਆਂ ਜੋ ਉਹ 6 ਮਹੀਨੇ ਦਾ ਕੋਰਸ ਕਰਕੇ ਮੈਨੂੰ ਇਹ ਕਹਿੰਦੇ ਹੋਏ ਬੜੀ ਭਾਰੀ ਖੁਸ਼ੀ ਹੁੰਦੀ ਹੈ। ਉਹ ਸਾਰੀਆਂ ਲੜਕੀਆਂ ਆਪਣੇ ਆਪ ਰੋਜ਼ਗਾਰ ਪਾ ਲੱਗੀਆਂ। ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਲੇਕਿਨ ਸਾਡੇ ਕੋਲ ਮਸ਼ੀਨ ਲੈਣ ਦੀ ਹਿੰਮਤ ਨਹੀਂ ਹੈ। ਤਾਂ ਮੈਂ ਆਪਣੇ ਨਗਰ ਨਿਵਾਸੀਆਂ ਨੂੰ ਕਿਹਾ ਵੀ ਆਪਾਂ ਨੇ ਇਹਨਾਂ ਨੂੰ ਮਸ਼ੀਨਾਂ ਦੇਣੀਆਂ। ਉਹ 20 ਮਸ਼ੀਨਾਂ ਅਸੀਂ ਲੜਕੀਆਂ ਨੂੰ, ਫਿਰ ਉਹਦੇ ਬਾਅਦ ਅਸੀਂ ਉਹ ਫ੍ਰੀ ਵੰਡੀਆਂ। ਸਾਡੇ ਬਾਅਦ ਦਾਨੇ ਸੱਜਣ ਆ ਗਿਆ, ਉਹ ਸਾਰੀਆਂ ਕਹਿੰਦਾ ਮੈਂ ਹੀ ਦਊਂਗਾ। ਉਹ ਤਾਂ ਉਹਨਾਂ ਨੇ ਉਹ 20 ਮਸ਼ੀਨਾਂ ਦਈਆਂ। ਤੇ ਅਗਲਾ ਗਰੁੱਪ ਸਾਡਾ ਫੇਰ ਚੱਲ ਰਿਹਾ, 30 ਲੜਕੀਆਂ ਚੱਲ ਰਹੀਆਂ। ਉਹਨਾਂ 30 ਨੂੰ ਵੀ ਅਸੀਂ ਮਸ਼ੀਨਾਂ ਦਊਂਗੇ ਇਕੱਠੀਆਂ ਕਰਕੇ, ਤਾਂ ਕਿ ਆਪਣੇ ਰੋਜ਼ਗਾਰ ਪਾ ਲੱਗ ਸਕੇ। ਤੇ ਹੁਣ ਆ ਗਿਆ ਜਿਹੜੇ ਗਰੀਬ ਲੋਕ ਹੈ, ਕੋਈ ਬਿਮਾਰ ਹੋ ਗਿਆ, ਸਿਰ ਦੁਖਦਾ, ਚੈੱਕਅਪ ਕਰਾਉਣਾ ਹੈ, ਹਸਪੀਟਲ ਜਾਣਾ ਬੜਾ ਔਖਾ ਹੈ। ਤੇ ਅਸੀਂ ਫਿਰ ਇੱਥੇ ਡਿਮਾਂਡ ਕਰੀ ਸਵਰਾਜ ਵਾਲਿਆਂ ਨੂੰ, ਸਾਡੇ ਇੱਥੇ ਕੈਂਪ ਲਾਇਆ ਕਰੋ। ਹੁਣ ਤਕਰੀਬਨ ਕੋਈ 1.5 ਸਾਲ ਹੋ ਗਿਆ, ਸਾਡੇ ਇੱਕ ਹਰ ਮੰਡੇ ਨੂੰ ਕੈਂਪ ਲੱਗਦਾ ਹੈ, ਜੇ ਹਰੇਕ ਬਿਮਾਰੀ ਦਾ ਟੈਸਟ ਹੁੰਦਾ ਹੈ, ਤੇ ਫ੍ਰੀ ਦਵਾਈਆਂ ਮਿਲਦੀਆਂ ਸਾਡੇ ਪਿੰਡ ਨੂੰ। ਉਹਦਾ ਬਹੁਤ ਬੜਾ ਮੈਡੀਕਲ ਕੈਂਪ ਲੱਗਦਾ ਪਿੰਡ 'ਚ? ਹਾਂਜੀ ਹਾਂਜੀ। ਤੇ ਸਾਡੇ ਤਕਰੀਬਨ 5-6 ਵਿਕਲਾਂਤ ਹੈ, ਜਿਨ੍ਹਾਂ ਨੂੰ ਤੁਰਨੇ ਵਾਸਤੇ ਟਰਾਈਸਾਈਕਲ ਦੀ ਜ਼ਰੂਰਤ ਸੀ। ਉਹ ਵੀ ਅਸੀਂ ਡਿਮਾਂਡ ਕਰੀ, ਤੇ 5 ਬੰਦਿਆਂ ਨੂੰ ਅਸੀਂ ਟਰਾਈਸਾਈਕਲ ਦੇ, ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਤੇ ਇੱਕ ਸਾਡੇ ਜਿਹੜੇ ਛੋਟੇ ਕਿਸਾਨ ਹੈ, ਜਿਨ੍ਹਾਂ ਦਾ ਕਿੱਲਾ ਹੈ, 1.5 ਕਿੱਲਾ ਜਾਂ ਅੱਧਾ ਕਿੱਲਾ ਹੈ, ਉਹ ਟਰੈਕਟਰ ਲੈਣ ਦੀ ਸਮਰੱਥਾ ਨਹੀਂ ਰੱਖਦੇ, ਜਾਂ ਜਿਹਦੇ ਕੋਲ ਟਰੈਕਟਰ ਹੈ ਸੰਦ ਬਹੁਤ ਮਹਿੰਗੇ ਲੈਣ ਦੀ ਸਮਰੱਥਾ ਨਹੀਂ ਰੱਖਦੇ। ਤਾਂ ਅਸੀਂ ਫੈਕਟਰੀ ਵਾਲਿਆਂ ਦੇ ਪਿੱਛੇ ਪਏ ਵੀ ਸਾਨੂੰ ਸੰਦ ਦਿਓ। ਤਾਂ ਉਹਨਾਂ ਨੇ 6 ਮਹੀਨੇ ਪਹਿਲਾਂ ਸਾਨੂੰ ਕੋਈ 12-13 ਲੱਖ ਦੇ ਸੰਦ, ਤਵੀਆਂ, ਫਾਲੇ, ਰੂਟਾਵੇਟਰ, ਬਿਜਾਈ ਦੀਆਂ ਮਸ਼ੀਨਾਂ, ਉਹ ਸਾਨੂੰ ਉਹਨਾਂ ਨੇ ਦਈਆਂ। ਤੇ ਸਾਨੂੰ ਲੋਕਾਂ ਨੂੰ ਉਹਨਾਂ ਦਾ ਬਹੁਤ ਫਾਇਦਾ ਹੋ ਰਿਹਾ। ਤੇ ਇੱਕ ਫਿਰ ਸਕੂਲੀ ਬੱਚੇ ਜਿਹੜੇ, ਇਹਨਾਂ ਦੀ ਹੈਲਪ ਵਾਸਤੇ ਅਸੀਂ ਜਿਵੇਂ ਕਿ ਮੈਡੀਕਲ ਕਰਾਉਣਾ, ਪਿੱਛੇ ਅਸੀਂ ਇਹਨਾਂ ਨੂੰ ਬੈਗ ਦੇ, ਜਿਹੜੇ ਗਰੀਬ ਬੱਚੇ ਦੇ ਉਹਨਾਂ ਸਕੂਲ ਬੈਗ ਦੇ। ਤੇ ਆਪਣੇ ਪਿੰਡ ਵਿੱਚ ਹੀ ਸੋਲਰ ਲਾਈਟਾਂ ਲਵਾਈਆਂ, ਤਲਾਬਾਂ ਲਵਾਈਆਂ, ਥੋੜੀਆਂ ਲੱਗੀਆਂ, ਲੱਗਣੇ ਰਹਿੰਦੀਆਂ ਬਕਾਇਆ। ਤੇ ਕੱਚੇ ਮਕਾਨਾਂ ਦੇ ਅਸੀਂ ਪੈਸੇ ਕੁਝ ਕਾਫੀ ਭਰੇ, ਤੇ ਉਹਦੇ ਵਿੱਚੋਂ ਸਕੀਮ ਫਿਲਹਾਲ ਬੰਦ ਹੈ। ਮੇਰੇ ਖਿਆਲ 1-2 ਜਣਿਆਂ ਦੇ ਆਏ ਆ, ਬਣ ਕੇ ਤਿਆਰ ਵੀ ਹੋ ਗਏ, ਬਾਕੀ ਸਾਡੇ ਪੈਂਡਿੰਗ ਹੈ। ਤੇ ਅਸੀਂ ਉਹ ਵੀ ਡਿਮਾਂਡ ਕਰੀਏ ਸਾਡੋਂ ਕਰਾਇਆ ਜਾਵੇ। ਤੇ ਕੁਛ ਅਸੀਂ ਬੂਟੇ ਲਵਾਏ, ਬੂਟੇ ਉਹ ਗਰਾਊਂਡ ਵਿੱਚ ਲਾਏ, ਤੇ ਉਹ ਚਾਰਦੀਵਾਰੀ ਨਾ ਹੋਣੇ ਦੇ ਕਾਰਨ ਡੰਗਰਾਂ ਨੂੰ ਨੁਕਸਾਨ ਕਰਿਆ। ਕੁਛ ਸਾਡੇ ਹਰੇ ਭਰੇ ਬੂਟੇ ਖੜੇ ਹੈ। ਤੇ ਇਹ ਸਾਡੇ ਕੰਮ ਹੈ ਜਿਹੜੇ ਹਾਲੀ ਬਹੁਤ ਸਾਰੇ ਕੰਮ ਸਾਡੇ ਪੈਂਡਿੰਗ ਪਏ ਹੈ, ਤੇ ਉਹ ਅਸੀਂ ਉਹਨਾਂ ਨੂੰ ਡਿਮਾਂਡ ਕਰੀ ਹੈ। ਤੇ ਅਗਲੇ ਜਿਹੜੇ ਸਾਡੇ ਕੰਮ ਹੋਣ ਵਾਲੇ, ਸਾਡੇ ਕੋਲ ਜਿਹੜੀਆਂ ਆਉਂਦੀਆਂ ਗੱਲਾਂ, ਇੱਕ ਤਾਂ ਨੌਜਵਾਨਾਂ ਸਾਡਾ ਸਟੇਡੀਅਮ ਬਣਾਇਆ ਜਾਵੇ ਪੱਕਾ, ਇੱਕ ਪਿੰਡ ਵਾਲੇ ਫਿਰਨੀ ਪੱਕੀ ਕਰੀ ਜਾਵੇ, ਇੱਕ ਜਿਹੜੀ ਸਾਡੇ ਪਿੰਡ ਤੋਂ ਛੋਟਾ ਰਸਤਾ ਜਾਂਦਾ, ਜਿਹੜੇ ਲੋਕ ਕੱਖ ਲੈ ਕੇ ਆਉਂਦੇ ਸਾਈਕਲਾਂ ਪਾ, ਰੇੜਿਆਂ ਪਰ, ਤਾਂ ਇੱਕ ਨਦੀ ਪੈਂਦੀ ਹੈ, ਤਾਂ ਉੱਥੇ ਪੁਲ ਦੀ ਡਿਮਾਂਡ ਹੈ ਵੀ ਉੱਥੇ ਪੁਲ ਲਾਇਆ ਜਾਵੇ।
ਤਾਂ ਇਹਦੀ ਅਸੀਂ ਡਿਮਾਂਡ ਕਰਨ ਜਾ ਰਹੇ ਹਾਂ ਮੈਡਮ। ਕਿਹੜੇ ਰੋਡ ਦੇ ਉੱਪਰ ਪੈਂਦਾ ਹੈ ਰੋਡ? ਜੇ ਆਪਾਂ ਮਾਜਰੀ ਤੋਂ ਨਿਕਲਦੇ ਆ ਉਹ ਸਿੱਧਾ ਸੜਕ ਜਾਂਦੀ ਹੈ, ਇੱਕ ਤਾਂ ਪੁਲ ਐ ਨੂੰ ਘੁੰਮ ਕੇ ਆ ਗਿਆ, ਉਹ ਸਿੱਧੀ ਹੈ। ਅਗਰ ਲੋਕ ਸਿਰਪਾ ਭਰੀਆਂ ਚੱਕ ਕੇ ਕੱਖਾਂ ਦੀਆਂ ਉਹ ਪੁਲ ਨੂੰ ਘੁੰਮ ਕੇ ਬਹੁਤ ਦੂਰ ਨੂੰ ਆਉਣਾ ਪੈਂਦਾ ਉਹਨਾਂ ਨੂੰ, ਤਾਂ ਅਸੀਂ ਉਹਦੀ ਵੀ ਪ੍ਰਪੋਜ਼ਲ ਰੱਖੀ ਹੋਈ ਹੈ। ਤੇ ਇੱਕ ਸਾਡੇ ਬਾਜੀਗਰ ਬਰਾਦਰੀ ਕੋਲ ਧਰਮਸ਼ਾਲਾ ਨਹੀਂ ਹੈ, ਜਿਹਨੂੰ ਇੱਥੇ ਰਹਿੰਦਿਆਂ ਨੂੰ 100-150 ਸਾਲ ਹੋ ਗਿਆ, ਲੇਕਿਨ ਇਹਨਾਂ ਕੋਲ ਬੈਠਣੇ ਨੂੰ ਕੋਈ ਜਗ੍ਹਾ ਨਹੀਂ ਹੈ। ਜਦੋਂ ਵੀ ਇਹਨਾਂ ਦੇ ਕੋਈ ਖੁਸ਼ੀ ਦੀ ਗਮੀ ਦੀ ਗੱਲ ਹੁੰਦੀ ਤਾਂ ਇਹ ਸੜਕ 'ਪਾ ਪੱਲੀਆਂ ਵਿਛਾ ਕੇ ਬੈਠਦੇ ਆ। ਤਾਂ ਉਹਦੇ ਬਾਅਦ ਜੀ ਬਹੁਤ ਛੇਤੀ ਕਿ ਧਰਮਸ਼ਾਲਾ ਦਾ ਕੰਮ ਜਿਹੜਾ ਬਾਜੀਗਰ ਦਾ ਉਹ ਅਸੀਂ ਕਰਨ ਜਾ ਰਹੇ ਹਾਂ। ਤੇ ਦੂਸਰਾ ਸਾਡੇ ਇੱਥੇ ਚੋਰੀਆਂ ਬਹੁਤ ਲੱਗੀਆਂ ਹੁਣ। ਮੈਂ ਤਾਂ ਕਹੂੰਗਾ ਇਹ ਪੁਲਿਸ ਦੀ ਨਾਕਾਮੀ ਹੈ। ਹਰ ਤੀਏ ਦਿਨ ਚੌਥੇ ਦਿਨ ਕੋਈ ਕਿਹਦਾ ਕੁਛ ਚੱਕ ਲਿਆ, ਕਿਸੇ ਦਾ ਕੁਛ ਚੱਕ ਲਿਆ। ਤੇ ਅਸੀਂ ਪਿੰਡ ਵਿੱਚ ਕੈਮਰੇ ਲਾਉਣੇ ਦੀ ਵੀ ਪ੍ਰਪੋਜ਼ਲ ਰੱਖੀ ਹੈ ਵੀ ਸਾਰੇ ਪਿੰਡ ਵਿੱਚ ਕੈਮਰੇ ਲਾਉਂਗੇ। ਬਾਕੀ ਜਿਹੜੀਆਂ ਗਲੀਆਂ ਸਾਡੀਆਂ ਬਕਾਇਆ ਰਹਿ ਗਈਆਂ ਉਹ ਵੀ ਅਸੀਂ ਤਿਆਰ ਹੈ ਬਣਾਉਣੇ ਨੂੰ। ਕੋਈ ਸੀਵਰੇਜ ਦਾ ਕੰਮ ਰਹਿ ਗਿਆ ਉਹ ਵੀ ਬਣਾ ਰਹੇ ਹੈ। ਇੱਕ ਸਾਡਾ ਗੁਰਦੁਆਰੇ ਸਾਹਿਬ ਕੋਲ ਜਗ੍ਹਾ ਹੈ, ਜਿਹੜਾ ਸਾਡਾ ਗੁਰਦੁਆਰਾ ਬਣਿਆ ਵਾ ਹੈ, ਉਹ ਬਿਲਕੁਲ ਥੋੜੀ ਜਗ੍ਹਾ ਹੈ। ਜਦੋਂ ਵੀ ਉੱਥੇ ਕੋਈ ਫੰਕਸ਼ਨ ਹੁੰਦਾ ਹੈ ਜਾਂ ਉਹ ਸੜਕ 'ਤੇ ਉਠਾ ਕੇ ਰੋਟੀ ਖਿਲਾਉਂਦੇ ਹੈ, ਇਹ ਆ ਅੰਦਰ ਜਾ ਕੇ ਤੁਸੀਂ ਭਾਈ ਹਾਲੀ ਬਾਹਰ ਖੜੋ, ਅਗਲਾ ਨਿਕਲਣ ਤੋਂ ਫੇਰ ਬਣਨ ਤੋਂ। ਅਸੀਂ ਉਹਦੇ ਬਾਰੇ ਵਿਚਾਰ ਕਰ ਰਹੇ ਹੈ ਵੀ ਉਸ ਗੁਰਦੁਆਰੇ ਨੂੰ ਕਿਸ ਤਰ੍ਹਾਂ ਵਧਾਇਆ ਜਾਵੇ ਜਾਂ ਜਗ੍ਹਾ ਬਾਹਰ ਦਈ ਜਾਵੇ ਜਿੱਥੇ ਖੁੱਲੀ ਛੁੱਲੀ ਜਗ੍ਹਾ ਹੋਵੇ, ਉਹਦੇ ਵੀ ਸਾਡਾ ਵਿਚਾਰ ਚੱਲ ਰਿਹਾ ਹੈ। ਤੇ ਇੱਕ ਸਾਡੀ ਜਿਹੜੀ ਹੈ ਸਾਡੀ ਮੁਸਲਮਾਨ ਬਰਾਦਰੀ ਹੈ ਜਿਹੜੀ ਕਿ ਬਹੁਤ ਦਿਨੋਂ ਚੱਲ ਰਹੀ ਹੈ। ਜਦੋਂ ਕੋਈ ਸਾਡੇ ਭਾਈਚਾਰੇ ਵਿੱਚ ਕੋਈ ਡੈਥ ਹੁੰਦੀ ਹੈ ਤਾਂ ਪਹਿਲਾਂ ਬੁਖਾਰ ਆ ਚੜ ਜਾਂਦਾ ਹੈ ਵੀ ਇਹਨੂੰ ਅਸੀਂ ਦਫਨਾਉਂਗੇ ਕਿੱਥੇ, ਕਿਉਂਕਿ ਇਹ ਵਿਵਾਦਗ੍ਰਸਤ ਜਗ੍ਹਾ ਦੀ ਜਿਹੜਾ ਕਬਰਸਤਾਨ ਦੀ ਉੱਤੇ ਹਾਲ ਵੀ ਵਿਵਾਦ ਚੱਲ ਰਿਹਾ ਹੈ। ਤਾਂ ਸਾਨੂੰ ਉਹਦੀ ਬਹੁਤ ਭਾਰੀ ਦਿੱਕਤ ਆਉਂਦੀ ਹੈ ਤੇ ਸਾਡੇ ਵਾਸਤੇ ਮਾਜੀ ਨਗਰ ਨਿਵਾਸੀਆਂ ਵਾਸਤੇ ਇਹ ਇੱਕ ਮਰਨ ਵਾਲੀ ਗੱਲ ਹੈ। ਜਦੋਂ ਬੰਦਾ ਦੁਨੀਆ ਤੇ ਚਲੇ ਗਿਆ ਅਸੀਂ ਇਹਨੂੰ ਬਹੁਤ ਆਰਾਮ ਤੇ ਦਫਨਾਉਣ ਦੀ ਸਾਡੇ ਕੋਲ ਜਗ੍ਹਾ ਨਹੀਂ ਹੈ। ਅਸੀਂ ਉਹਦੇ ਵਾਸਤੇ ਵੀ ਜੋ ਹੈ ਹੁਣੇ 2-4 ਮਹੀਨੇ ਵਿੱਚ ਕੋਈ ਹੀਲਾ ਵਸੀਲਾ ਕਰ ਰਹੇ ਹਾਂ। ਤੇ ਇੱਕ ਜਿਹੜੀ ਸਾਡੀ ਸ਼ਮਸ਼ਾਨ ਘਾਟ ਹੈ, ਜਿਵੇਂ ਕਿ ਸਰਕਾਰ ਦੀ ਵੀ ਇਹ ਪ੍ਰਪੋਜ਼ਲ ਹੈ ਵੀ ਸ਼ਮਸ਼ਾਨ ਘਾਟ ਇੱਕ ਰੱਖੋ, ਤੇ ਉਹੀ ਅਸੀਂ ਕਰਨ ਜਾ ਰਹੇ। ਸ਼ਮਸ਼ਾਨ ਘਾਟ ਇੱਕ ਰੱਖੋਗੇ, ਚਾਹੇ ਹਰੀਜਨ ਹੈ, ਚਾਹੇ ਬਾਲਮੀਕੀ ਹੈ, ਚਾਹੇ ਰਾਜਪੂਤ ਹੈ, ਚਾਹੇ ਪੰਡਤ ਹੈ, ਕੋਈ ਵੀ ਹੈ, ਇੱਕ ਹੀ ਸ਼ਮਸ਼ਾਨ ਘਾਟ ਹੋਊਗੀ। ਉਹ ਵੀ ਅਸੀਂ ਲੱਗੇ ਹੈ। ਇੱਕ ਸਾਡੇ ਬਾਲਮੀਕ ਮਹੱਲੇ ਵਿੱਚ ਜਿੱਥੇ ਕਿ ਉੱਤੇ ਨੀਚੇ ਪਾਣੀ ਵੀ ਜਾਂਦਾ ਹੈ, ਸਾਰਾ ਹੋਰਾਂ ਦਾ ਪਾਣੀ ਵੀ ਜਾਂਦਾ ਹੈ, ਤੇ ਉੱਥੇ ਕਾਫੀ ਗੰਦ ਹੈ। ਤੇ ਉਹ ਵੀ ਅਸੀਂ ਉੱਥੇ ਇੱਕ ਬਹੁਤ ਵਧੀਆ ਪਾਰਕ ਬਣਾਉਣ ਜਾ ਰਹੇ ਆ, ਜਿਹੜਾ ਕਿ ਉੱਥੇ ਲੋਕ ਜਿਹੜੇ ਲੇਡੀਜ਼ ਹੈ ਜਾਂ ਬਜ਼ੁਰਗ ਹੈ ਜਾ ਕੇ ਬੈਂਚਾਂ ਤੇ ਆਰਾਮ ਤੇ ਬੈਠ ਸਕੇ। ਬਾਕੀ ਜਿਹੜੀ ਮੇਰੀ ਅਗਲੀ ਗੱਲ ਹੈ ਉਹ ਨਗਰ ਨਿਵਾਸੀ ਇੱਥੇ ਬੈਠੇ ਆ ਸਾਰੇ, ਅਸੀਂ ਇਹਨਾਂ ਨੂੰ ਪੁੱਛਾਂਗੇ ਜੇ ਕੋਈ ਕੰਮ ਹੋਰ ਕਰਨ ਵਾਲਾ ਹੋਵੇ ਤਾਂ ਅਸੀਂ ਉਹ ਸਾਨੂੰ ਇੱਕ ਰਿਕੁਐਸਟ ਪੱਤਰ ਲਿਖ ਕੇ ਦੇਵੇ, ਫਿਰ ਉਹ ਅਸੀਂ ਮਤਾ ਪਾ ਕੇ ਅੱਗੇ ਦੇਵਾਂਗੇ ਤਾਂ ਕਿ ਜਿਹੜੇ ਹੈ ਸਾਡੇ ਕੋਲ 1.5 ਸਾਲ ਹੈਗਾ ਬਹੁਤ ਹੁੰਦਾ ਹੈ। ਇਸ ਟਾਈਮ ਵਿੱਚ ਸਾਰੇ ਕੰਮ ਅਸੀਂ ਪੂਰੇ ਕਰਨੇ ਆ ਤੇ ਜਿਸ ਤਰ੍ਹਾਂ ਨਗਰ ਨਿਵਾਸੀ ਸਾਡਾ ਸਾਥ ਦਿੰਦੇ ਆਉਂਦੇ ਆ ਉਸੇ ਤਰ੍ਹਾਂ ਦਿੰਦੇ ਰਹੋ। ਅਗਰ ਕਿਸੇ ਕੰਮ ਦੀ ਸਾਨੂੰ ਜ਼ਰੂਰਤ ਹੈ ਤੁਸੀਂ ਸਾਨੂੰ ਦੱਸੋ, ਤਾਂ ਅਸੀਂ ਉਹ ਤਨ ਤੇ ਮਨ ਤੇ ਔਰ ਧਨ ਤੇ ਬਿਨਾਂ ਕਿਸੇ ਵਿਤਕਰੇ ਦੇ ਕਰੂੰਗੇ। ਦੂਸਰੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਦੋਂ ਇਲੈਕਸ਼ਨ ਹੁੰਦੇ ਆ ਸਰਪੰਚੀ ਦੇ ਪੰਚਾਇਤ ਕੇ, ਤਾਂ 1 ਸਾਲ ਪਹਿਲਾਂ ਗੁਫ਼ਤਗੂ ਹੋਣੀ ਸ਼ੁਰੂ ਹੋ ਜਾਂਦੀ ਹੈ ਹਰੇਕ ਪਿੰਡ ਵਿੱਚ ਵੀ ਸਰਪੰਚ ਕਿਹੜਾ ਬਣਾਉਣਾ। ਤਾਂ ਫਿਰ 6 ਮਹੀਨੇ ਬਾਅਦ ਹੋਰ ਤੇਜ਼ ਹੁੰਦੀ ਹੈ, 3 ਮਹੀਨੇ ਬਾਅਦ ਹੋਰ ਤੇਜ਼ ਹੋ ਜਾਂਦੀ ਹੈ, ਫਿਰ 10 ਦਿਨ ਪਹਿਲਾਂ ਫੈਸਲਾ ਹੁੰਦਾ ਵੀ ਅਸੀਂ ਬਣਾਉਣਾ ਕਿਹੜਾ। ਫਿਰ ਉਹ ਸਾਰਾ ਪਿੰਡ ਸਹਿਮਤੀ ਗੱਲ ਉਹ ਪੰਚਾਇਤ ਨੂੰ ਚੁਣਦਾ ਹੈ ਤੇ ਬਣਾਉਂਦਾ। ਲੇਕਿਨ ਕੁਝ ਬੰਦੇ ਇਹੋ ਜਿਹੇ ਵੀ ਹੁੰਦੇ ਹੈ ਜਿਨ੍ਹਾਂ ਨੂੰ ਕਿਸੇ ਪੰਚਾਇਤ ਗੱਲ ਉਹ ਐਗਰੀ ਨਹੀਂ ਹੁੰਦੇ। ਪਿੱਛੇ 50 ਸਾਲ ਪਿੱਛੇ ਜਾਈਏ ਉਹ ਕਿਸੇ ਪੰਚਾਇਤ ਗੱਲ ਐਗਰੀ ਨਹੀਂ ਹੁੰਦੇ, ਕਿਉਂਕਿ ਇਹੋ ਜਿਹੇ ਬੰਦੇ ਹੁੰਦੇ ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਦੇ। ਇਸ ਕਰਕੇ ਜਦੋਂ ਪੰਚਾਇਤ ਕੰਮ ਕਰਦੀ ਹੈ ਤੁਸੀਂ ਚੁਣੀ ਹੈ, ਤੁਸੀਂ ਦੱਸਿਆ, ਤੁਸੀਂ ਕੋਈ ਗੁਣ ਦੇਖਿਆ, ਤੁਸੀਂ ਮੂਹਰੇ ਕਰੇ ਹੈ, ਤਾਂ ਉਹਨਾਂ ਦੇ ਕਹੇ ਕੰਮ ਪਰ ਉਹਨਾਂ ਦਾ ਵਿਸ਼ਵਾਸ ਕਰੋ ਤੇ ਉਹਨਾਂ ਦਾ ਸਹਿਯੋਗ ਦਿਓ। ਮੈਂ ਉਹਨਾਂ ਨੂੰ ਵੀ ਕਹੂੰਗਾ ਲੋਕਾਂ ਨੂੰ ਜਿਹੜੇ ਐਗਰੀ ਨਹੀਂ ਹੁੰਦੇ ਹੈ, ਉਹ ਜਿਹੜੇ ਐਗਰੀ ਨਹੀਂ ਹੁੰਦੇ ਡਿਫਾਲਟਰ, ਉਹ ਡਿਫਾਲਟਰ ਹੈ। ਸਾਡੇ ਕੋਲ ਸਬੂਤ ਪ੍ਰੂਫ ਸਾਰੇ ਐਡੀ ਵਹੀ ਪਈ ਹੈ, ਲੇਕਿਨ ਅਸੀਂ ਲੋਕਾਂ ਨੇ ਸਾਨੂੰ ਸਰਪੰਚ ਇੱਦਾਂ ਜਾਣੇ ਨੂੰ ਨਹੀਂ ਬਣਾਇਆ, ਸਾਨੂੰ ਬਣਾਇਆ ਪਿੰਡ ਦੇ ਵਿਕਾਸ ਵਾਸਤੇ। ਉਹ ਅਸੀਂ ਚਾਹੇ ਅਸੀਂ 1 ਮਿੰਟ ਵਿੱਚ ਕਾਰਵਾਈ ਕਰ ਸਕਦੇ ਹਾਂ, ਅਸੀਂ ਉਹਨਾਂ ਵੱਲ ਨਹੀਂ ਜਾਣਾ, ਅਸੀਂ ਆਪਣੇ ਪਿੰਡ ਦੇ ਵਿਕਾਸ ਦੇ ਕੰਮ ਕਰਨੇ ਆ। ਬਾਕੀ ਇੱਥੇ ਸਾਰੇ ਬੈਠੇ ਆ, ਜੇ ਕਿਸੇ ਨੂੰ ਕੋਈ ਪੁੱਛਣੇ ਦੀ ਗੱਲ ਹੋਈ, ਇਸ ਤਰ੍ਹਾਂ ਮੇਰੇ ਕੋਲ ਸੁਨੇਹੇ ਆਉਂਦੇ ਤੇ ਤਾਂ ਮੈਨੂੰ ਪੁੱਛ ਸਕਦਾ, ਮੈਂ ਉਹਦਾ ਜਵਾਬ ਦੇਣੇ ਤੇ। ਸਰਪੰਚ ਸਾਹਿਬ ਅੱਜ ਮਨ ਦੇ ਵਿੱਚ ਕਿੱਦਾਂ ਆਇਆ ਵੀ ਲੋਕਾਂ ਦੇ ਸਾਹਮਣੇ ਕੰਮ ਰੱਖੇ ਜਾਣ ਪੰਚਾਇਤ ਦੇ, ਕੰਮ ਪੰਚਾਇਤ ਨੇ ਕੀ ਕੰਮ ਕੀਤੇ ਨੇ ਜਾਂ ਜਿਹੜੇ ਪੈਂਡਿੰਗ ਪਏ ਨੇ? ਉਹ ਇਸ ਤਰ੍ਹਾਂ ਦੀ ਗੱਲ, ਕਈ ਬੰਦੇ ਆ ਕੇ ਸਾਨੂੰ ਸਲਾਹਾਂ ਦਿੰਦੇ ਵੀ ਜੇ ਉਹ ਕੰਮ ਪਹਿਲਾਂ ਕਰਦੇ ਜਾਵੇ, ਫਿਰ ਅਸੀਂ ਨੇ ਪੁੱਛਦੇ ਵੀ ਜਿਹੜਾ ਉਹ ਕਰਿਆ ਹੈ ਉਹ ਸਹੀ ਹੈ ਗਲਤ ਹੈ, ਕਹਿੰਦੇ ਉਹ ਵੀ ਸਹੀ ਹੈ, ਲੇਕਿਨ ਆ ਵੀ ਜ਼ਰੂਰੀ ਹੈ। ਹੁਣ ਜਿਹੜੇ ਕੰਮ ਅਸੀਂ ਸੋਚੇ ਵੀ ਹੋ ਸਕਦਾ ਸਾਡੀ ਨੌਲੇਜ ਵਿੱਚ ਨਾ ਹੋਵੇ
ਇਹ ਸਾਡੇ ਭਾਈਚਾਰੇ ਦੇ ਨੌਲੇਜ ਵਿੱਚ ਉਹ ਹੈ ਵੀ ਪਹਿਲਾਂ ਉਹ ਜ਼ਰੂਰੀ ਹੈ ਤਾਂ ਅਸੀਂ ਪਹਿਲਾਂ ਉਹ ਜ਼ਰੂਰੀ ਵਾਲਾ ਕਰੂੰਗੇ, ਤਾਂ ਇਸ ਕਰਕੇ ਸਾਡਾ ਮਕਸਦ ਹੈ। ਸੋ ਪਿੰਡ ਵਾਲਿਆਂ ਜੋ ਤੁਸੀਂ ਸੁਣਿਆ, ਸਾਰਿਆਂ ਨੇ ਦੇਖਿਆ ਵੀ ਸਰਪੰਚ ਸਾਹਿਬ ਨੇ ਦੱਸਿਆ ਵੀ ਕਿਹੜੇ ਕਿਹੜੇ ਕੰਮ ਪੰਚਾਇਤ ਦੇ ਹਾਜ਼ਰੀ ਦੇ ਵਿੱਚ ਹੋਏ ਨੇ ਤੇ ਕਿਹੜੇ ਪੈਂਡਿੰਗ ਨੇ। ਕਿ ਪਿੰਡ ਵਾਲਿਆਂ ਦਾ ਕੋਈ ਸਵਾਲ ਹੈ ਵੀ ਇਹ ਕੰਮ ਪਿੰਡ ਦੇ ਵਿੱਚ ਨਹੀਂ ਹੋਇਆ, ਕੋਈ ਦੱਸਣਾ ਚਾਹੂਗਾ? ਆਜੋ ਸਾਹਮਣੇ ਆ ਜਾਓ। ਹਾਂਜੀ ਸੋਮਾ ਜੀ, ਕਿਹੜੇ ਕੰਮ ਨੇ ਜਿਹੜੇ ਨਹੀਂ ਹੋਏ? ਜੀ ਸਾਡੇ ਪਿੰਡ ਦੇ ਵਿੱਚ ਠੇਕੇ ਚੱਲਦੇ ਸ਼ਰਾਬ ਦੇ, ਦਿਨ ਦਿਹਾੜੀ, ਕੋਈ ਰੋਕ ਠੋਕ ਨਹੀਂ। ਕਈ ਵਾਰ ਕਹਿ ਚੁੱਕੇ ਪੁਲਿਸ ਵਾਲੇ, ਕੋਈ ਕਾਰਵਾਈ ਨਹੀਂ ਹੋ ਰਹੀ। ਹਾਂ, ਸ਼ਰਾਬ ਪਿੰਡ ਸ਼ਰਾਬ ਹੀ ਕਰ ਰਹੀ ਹੈ। ਠੇਕਾ ਦਾ ਛਿਆਲ ਵੀ ਹੈ, ਮਾਜਰੀ ਚ ਨਹੀਂ ਹੈ ਜੀ 5 ਹੈ 6। ਅੱਛਾ, ਹਾਂ, ਸ਼ਰਾਬ ਵਿਕ ਰਹੀ ਸਰਿਆਮ। ਸਰਪੰਚ ਸਾਹਿਬ ਦੇ ਨੌਲੇਜ ਵੀ ਲੈਂਦੀ ਹੈ, ਇਹਦਾ ਧਿਆਨ ਸਰਪੰਚ ਸਾਹਿਬ ਸੋਮਾ ਜੀ ਦਾ ਕਹਿਣਾ ਵੀ ਠੇਕੇ ਚੱਲ ਰਹੇ, 5-6 ਠੇਕੇ ਖੋਲੇ ਹੋਏ ਨੇ ਵੀ ਸ਼ਰਾਬ ਸਰੇਆਮ ਵਿਕ ਰਹੀ ਹੈ। ਦੇਖੋ ਜੀ, ਇਹਨਾਂ ਦੀ ਜੋ ਮੇਰੇ ਕੋਲ ਰਿਪੋਰਟ ਹੈ ਰਾਤ ਆਈ ਹੈ, ਇਹ ਕਹਿੰਦਾ ਵੀ ਮੈਂ ਚੰਗੀ ਤਰ੍ਹਾਂ ਤਸੱਲੀ ਕਰਕੇ ਆਇਆ ਹੈ, ਇੱਥੇ ਕੁਝ ਲੋਕ ਸ਼ਰਾਬ ਵੇਚਦੇ ਆ ਤੇ ਰਿਪੋਰਟ ਮੇਰੇ ਕੋਲ ਪਹਿਲਾਂ ਵੀ ਹੈ, ਤੇ ਕੁਝ ਲੋਕ ਇੱਥੇ ਦੂਸਰਾ ਨਸ਼ਾ ਹੀ ਵੇਚਦੇ ਆ। ਤੇ ਉਹਦੇ ਬਾਰੇ ਵੀ ਅਸੀਂ ਐਸਐਸਪੀ ਸਾਹਿਬ ਕੋਲ ਤੇ ਐਸਐਚਓ ਸਾਹਿਬ ਕੋਲ ਐਪਲੀਕੇਸ਼ਨ ਦੇਈ ਵੀ ਹੈ, ਤੇ ਸਾਡੇ ਕੋਲ ਮੁੰਡੇ ਬਾਰ-ਬਾਰ ਆਂਦੇ ਵੀ ਜਦ 3-4 ਦਿਨ ਹੋ ਗਏ, ਹਫਤਾ ਹੋ ਗਿਆ ਵੀ ਕੋਈ ਕਾਰਵਾਈ ਨਹੀਂ ਹੋਈ ਹੈ, ਤਾਂ ਸਾਨੂੰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜਾਂਦਾ ਹੈ ਐਸਐਸਪੀ ਸਾਹਿਬ ਵੱਲੋਂ, ਆਪਣੇ ਡੀਐਸਪੀ ਸਾਹਿਬ ਵੱਲੋਂ, ਵੀ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਕਰੂੰਗੇ, ਲੇਕਿਨ ਥੋੜ੍ਹੇ ਜਿਹੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ। ਤਾਂ ਅਸੀਂ ਬੈਠੇ ਆ, ਮੈਂ ਸੋਮਾ ਜੀ ਨੂੰ ਵਿਸ਼ਵਾਸ ਦਿਵਾਉਂਦਾ ਕਿ ਇਹ ਜਿਹੜੇ ਬੰਦੇ ਹੈ, ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਹੱਥ ਜੋੜ ਕੇ, ਜਾਂ ਤਾਂ ਕੀਤਾ ਛੱਡ ਦਿਓ, ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ। ਅਸੀਂ ਪਿੱਛੇ ਲੱਗੇ ਹੋਏ ਆ ਨਸ਼ੇ ਵਾਲੇ ਮਸਲੇ ਵਿੱਚ, ਅਸੀਂ ਕਿਸੇ ਵੱਲ ਕੋਈ ਲਿਹਾਜ਼ ਨਹੀਂ ਕਰਨੀ ਹੈ, ਚਾਹੇ ਕੋਈ ਕਿਸੇ ਦਾ ਰਿਸ਼ਤੇਦਾਰ ਹੈ, ਚਾਹੇ ਕੋਈ ਭਾਈ ਭਤੀਜਾ ਕੋਈ ਵੀ ਹੋਵੇ, ਤਾਂ ਅਸੀਂ ਆਪਣੀ ਕਾਰਵਾਈ ਕਰ ਰਹੇ ਆ। ਮੈਂ ਸੋਮਾ ਜੀ ਨੂੰ ਦੱਸਣਾ ਚਾਹੂੰਗਾ ਕਿ ਅਸੀਂ ਚੁੱਪ ਕਰਕੇ ਨਹੀਂ ਬੈਠੇ ਹੈ, ਅਸੀਂ ਲੱਗੇ ਹੋਏ ਆ। ਜਦ ਤੱਕ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਨਹੀਂ ਛਿੜਦੇ, ਅਸੀਂ ਆਰਾਮ ਨਾਲ ਨਹੀਂ ਬੈਠਣਾ। ਠੀਕ ਹੈ ਜੀ, ਕੋਈ ਹੋਰ ਸਵਾਲ ਪਿੰਡ ਵਾਲਿਆਂ ਦਾ? ਮੈਂ ਆਪਣੇ ਵੱਲੋਂ ਸਰਪੰਚ ਜਗਦੀਪ ਸਿੰਘ ਜੀ ਤੇ ਇਹਨਾਂ ਦੀ ਪੂਰੀ ਟੀਮ, ਪੰਚ ਸਾਹਿਬ ਤੇ ਬਲਾਕ ਸਮਿਤੀ ਦੇ ਚੇਅਰਮੈਨ ਸਾਡੇ ਕੋਲ ਬੈਠੇ ਆ ਲਾਭ ਸਿੰਘ ਜੀ, ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਵੀ ਜੇ ਉਹ ਕੰਮ ਇਹਨਾਂ ਨੇ ਕਰੇ ਹੈ, ਕਿਸੇ ਪੰਚਾਇਤ ਨੇ ਮਾਜਰੀ ਵਿੱਚ ਨਹੀਂ ਕਰੇ। ਪਰ ਮੈਂ ਇਹਨਾਂ ਨੂੰ 1-2 ਡਿਮਾਂਡਾਂ ਹੈ ਵੀ ਜਿਸ ਤਰ੍ਹਾਂ ਅੱਜ ਸਰਕਾਰ ਵੀ ਇਹਨਾਂ ਦੀ ਹੈ, ਆਮ ਆਦਮੀ ਪਾਰਟੀ ਦੀ, ਤੇ ਜੋ ਸਾਡੇ ਐਮਐਲਏ ਜਿੱਤੇ ਮੰਤਰੀ ਵੀ ਅੱਜ ਉਹ, ਇਹਨਾਂ ਨੂੰ ਬੇਨਤੀ ਕਰੂੰਗਾ ਵੀ ਸਭ ਤੋਂ ਪਹਿਲਾਂ ਤਾਂ ਸਾਡੇ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਵੀ ਜਿਹੜਾ ਸਾਡਾ ਸਕੂਲ ਹੈ ਸਿਰਫ ਮਿਡਲ ਕਲਾਸ ਤੱਕ ਹੈ, 8ਵੀਂ ਕਲਾਸ ਤੱਕ, ਉਹਨੂੰ ਅਪਗ੍ਰੇਡ ਕਰਕੇ +2 ਤੱਕ ਦਾ ਕਰਿਆ ਜਾਵੇ। ਸਰਪੰਚ ਸਾਹਿਬ ਨੂੰ ਬੇਨਤੀ ਹੈ ਵੀ ਇਹ ਆਪਣੇ ਮੈਡਮ ਅਨਮੋਲ ਗਗਨਮਾਨ ਜੀ ਕੋਲ ਆਪਣਾ ਮਤਾ ਰੱਖੇ। ਤੇ ਦੂਜੀ ਜਿਹੜੀ ਸਭ ਤੋਂ ਬੜੀ ਸਾਨੂੰ ਘਾਟ ਹੈ ਅੱਜ ਪਾਣੀ ਦੀ ਹੈ, ਉਹਦੇ ਵਾਸਤੇ ਸਾਡਾ ਇੱਕ ਡੂੰਘਾ ਟਿਊਬਵੈੱਲ ਹੈ ਜਿਹੜਾ ਲਾਇਆ ਜਾਵੇ, ਕਿਉਂਕਿ ਪਾਣੀ ਬਿਨਾ ਜੀਵਨ ਬੜਾ ਔਖਾ ਹੈ। ਦੂਸਰੀ, ਸਰਪੰਚ ਸਾਹਿਬ ਨੂੰ ਮੈਂ ਇੱਕ ਹੋਰ ਵਧਾਈ ਦਿੰਦਾ ਵੀ ਜਿੰਨੀਆਂ ਵੀ ਪੰਚਾਇਤਾਂ ਅੱਜ ਤੱਕ ਆਈਆਂ, ਉਹਨਾਂ ਨੇ ਕਿਸੇ ਵੀ ਸਾਡੀ ਜਿਹੜੀ ਫੈਕਟਰੀ ਹੈ ਮਹਿੰਦਰਾ ਐਂਡ ਮਹਿੰਦਰਾ, ਕਿਸੇ ਪੰਚਾਇਤ ਨੇ ਕੋਈ ਕੰਮ ਨਹੀਂ ਲਿਆ। ਮੈਂ ਇਹਨਾਂ ਦੀ ਟੀਮ ਨੂੰ ਵਧਾਈ ਦਿੰਦਾ ਅੱਜ ਵੀ ਜੋ ਕੰਮ ਸਰਪੰਚ ਸਾਹਿਬ ਨੇ ਮਹਿੰਦਰਾ ਐਂਡ ਮਹਿੰਦਰਾ ਦੇ ਲਏ ਹੈ, ਅੱਜ ਤੱਕ ਕਿਸੇ ਵੀ ਪੰਚਾਇਤ ਨੇ ਨਹੀਂ ਲਏ। ਸੋ ਸਰਪੰਚ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੈ, ਤੁਸੀਂ ਜੋ ਕੰਮ ਕਰਿਆ ਅੱਜ ਸਾਰੀ ਪਿੰਡ ਦੀ ਜਿਹੜੀ ਜਨਰੇਸ਼ਨ ਹੈ ਸਾਰੀ ਦੇਖ ਰਹੀ ਹੈ, ਚਾਹੇ ਉਹ ਤਲਾਬ ਦਾ ਲਾ ਲਓ, ਚਾਹੇ ਉਹ ਸੀਵਰੇਜ ਦਾ ਲਾ ਲਓ। ਤਲਾਬ ਤੇ ਸਾਰੇ ਲਾਈਟਾਂ ਲੱਗੀਆਂ ਵੇ, ਸਾਰੇ ਲੋਕ ਉੱਥੇ ਤਕਰੀਬਨ ਸੈਰ ਕਰਨ ਜਾਂਦੇ ਆ ਸ਼ਾਮ ਨੂੰ ਸਵੇਰ ਨੂੰ, ਯਾਨੀ ਕਿ ਚਾਹੇ ਉੱਥੇ ਲਾਈਟ ਹੋਵੇ ਜਾਂ ਨਾ ਹੋਵੇ, ਸਾਰੀ ਸੋਲਰ ਲਾਈਟ ਲਗਵਾਈ ਹੈ ਸਰਪੰਚ ਸਾਹਿਬ ਨੇ। ਸਾਰਾ ਪਿੰਡ ਸਰਪੰਚ ਸਾਹਿਬ ਦਾ, ਹਰ ਇਹਨਾਂ ਦੀ ਪੰਚਾਇਤ ਦਾ ਬਹੁਤ ਧੰਨਵਾਦੀ ਹੈ। ਪਰ ਕੁਝ ਜਿਹੜੇ 2-4 ਪਿੰਡ ਵਿੱਚ ਬੰਦੇ ਹੁੰਦੇ ਆ, ਉਹ ਪੰਚਾਇਤ ਦੇ ਖਿਲਾਫ ਬੋਲਦੇ ਆ। ਮੈਂ ਸਰਪੰਚ ਸਾਹਿਬ ਨੂੰ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਅਣਗੌਲਿਆਂ ਕਰਕੇ, ਉਹ ਹਰੇਕ ਪਿੰਡ ਵਿੱਚ ਹੁੰਦੇ ਆ, ਆਪਣੇ ਡਿਵੈਲਪਮੈਂਟ ਵੱਲ ਧਿਆਨ ਦੇਣ। ਇਹੋ ਜਿਹੇ ਬੰਦਿਆਂ ਦਾ ਬੋਲਣੇ ਵਾਲਾ ਹੀ ਕੰਮ ਹੁੰਦਾ, ਉਹਨਾਂ ਨੇ ਬੋਲਣਾ ਹੈ, ਬੋਲੀ ਜਾਣ ਦਿਓ, ਉਹਨਾਂ ਨੂੰ ਕੋਈ ਪਰਵਾਹ ਨਾ ਕਰੇ। ਬਾਕੀ ਹੋਰ ਵੀ ਜੋ ਗਲੀਆਂ ਹੈ ਥੋੜੀਆਂ ਜਿਹੀਆਂ ਮੇਰੇ ਖਿਆਲ 2-4% ਰਹਿ ਗਈਆਂ, ਬੇਨਤੀ ਕਰੂੰਗਾ ਵੀ ਆਪਣੇ ਜਿਹੜਾ ਬਜਟ ਹੈ ਇਹਨਾਂ ਦਾ, ਉਹਨਾਂ ਨੂੰ ਮੰਤਰੀ ਸਾਹਿਬ ਨੂੰ ਕਹਿ ਕੇ ਆਪਣਾ ਬਜਟ ਲਿਆਣ ਤੇ ਆਪਣਾ ਇਹ ਜਿਹੜਾ ਹੈਗਾ ਗਲੀਆਂ ਨਾਲੀਆਂ ਦਾ ਤੁਹਾਡੇ ਕੋਲ 1.5 ਸਾਲ ਹੈਗਾ ਵੀ ਇਹਨਾਂ ਨੂੰ ਪੂਰਾ ਕਰੇ। ਬਾਕੀ ਹੋਰ ਵੀ ਜਿਹੜੇ ਇੱਕ ਦੁੱਕੇ ਕੰਮ ਹੈਗੇ ਆ, ਤਕਰੀਬਨ ਮੇਰਾ ਖਿਆਲ 1.5 ਸਾਲ ਵਿੱਚ ਸਰਪੰਚ ਸਾਹਿਬ ਕਰ ਦੂੰਗੇ। ਮੈਂ ਤਾਂ ਪੰਚਾਇਤ ਨੂੰ ਤੇ ਸਰਪੰਚ ਸਾਹਿਬ ਨੂੰ ਅੱਜ ਮੀਡੀਆ ਦੇ ਸਾਹਮਣੇ ਯਾਨੀ ਕਿ ਇਹਨਾਂ ਨੂੰ ਵਧਾਈ ਦਿੰਦਾ ਹੈ ਵੀ ਤੁਸੀਂ ਬਹੁਤ ਜਿਹੜਾ ਕੰਮ ਪਿੰਡ ਵਿੱਚ ਕਰਿਆ, ਜਿਹੜਾ ਕਿ ਮੇਰਾ ਖਿਆਲ 50 ਸਾਲ 'ਚ ਨਹੀਂ ਕਿਸੇ ਨੇ ਕਰਿਆ। ਧੰਨਵਾਦ ਜੀ। ਸਰਪੰਚ ਸਾਹਿਬ 2 ਡਿਮਾਂਡ ਰੱਖੀ ਜਾ ਰਹੀ, ਇੱਕ ਸਕੂਲ ਨੂੰ ਲੈ ਕੇ। ਹਾਂਜੀ ਬਿਲਕੁਲ ਜੀ, ਇਹ ਵੀ ਅਸੀਂ ਲਿਖੀਆਂ ਹੋਈਆਂ ਡਿਮਾਂਡਾਂ ਹੈ। ਸਕੂਲ ਅਪਡੇਟ ਕਰਾਉਣ ਵਾਸਤੇ ਅਸੀਂ ਐਪਲੀਕੇਸ਼ਨ ਦੇਈ ਵੀ ਹੈ, ਦੁਬਾਰਾ ਫੇਰ ਦਵਾਂਗੇ। ਤੇ
ਦੂਸਰੀ ਡਿਮਾਂਡ ਆ ਪਾਣੀ ਦੀ, ਵੀ ਪਾਣੀ ਨਹੀਂ ਪੂਰਾ ਹੋ ਰਿਹਾ ਪਿੰਡ ਦੇ ਵਿੱਚ, ਵੀ ਡੂੰਘਾ ਬੋਰ ਕੀਤਾ ਜਾਵੇ। ਉਹ ਵੀ ਅਸੀਂ ਪਿੰਡ ਦੇ ਵਿੱਚ ਵੀ ਡੂੰਘਾ ਬੋਰ ਕੀਤਾ ਜਾਵੇ। ਲਿਖਿਆ ਤਕਰੀਬਨ ਸਾਡਾ ਜਿਹੜਾ ਦੂਸਰਾ ਟਿਊਬਲ ਹੈ ਉਹ ਮਨਜ਼ੂਰ ਹੋਇਆ ਵਾ। ਮੇਰਾ ਖਿਆਲ ਹੈ ਮਹੀਨੇ 2 ਮਹੀਨੇ ਵਿੱਚ ਸਾਡਾ ਕੰਮ ਸਟਾਰਟ ਹੋ ਜਾਏਗਾ। ਤੇ ਸਾਡੇ ਕੋਲ ਮੈਸੇਜ ਵੀ ਆ ਲਿਆ ਸੀ ਨਾ, ਜਗ੍ਹਾ ਵੀ ਦਿਖਾ ਦੀ, ਸਾਡਾ ਪਾਸ ਹੋ ਚੁੱਕਿਆ ਹੈ। ਪਾਣੀ ਦੀ ਦਿੱਕਤ ਉਰੇ ਹੈਗੀ ਹੈ, ਕਿਉਂਕਿ ਸਾਡੀ ਜਿਹੜੀ ਕਾਂਚਾਂ ਵਿੱਚ ਆਬਾਦੀ ਹੈ ਉਹ ਹੈਗੀ 3000 ਦੀ, ਲੇਕਿਨ ਸਾਡੇ ਇੱਥੇ ਜਿਹੜੀ ਬਸੋਂ ਹੈ ਉਹ 6000 ਦੀ ਹੈ। ਸਾਡੇ ਬਾਹਰਲੇ ਬੰਦੇ ਇੱਥੇ ਉਨੇ ਹੀ ਰਹਿੰਦੇ ਜਿੰਨੇ ਇੱਥੇ ਅਸੀਂ ਰਹਿੰਦੇ ਆ। ਇਸ ਕਰਕੇ ਪਾਣੀ ਸਾਡੇ ਕੋਲ ਘੱਟ ਹੈ, ਲੇਕਿਨ ਅਸੀਂ ਕਿਸ ਤਰ੍ਹਾਂ ਚਲਾ ਰਹੇ ਹਾਂ ਉਹ ਸਾਨੂੰ ਪਤਾ ਹੈ। ਰਾਤ ਨੂੰ 12 ਵਜੇ ਤੋਂ ਸਾਡਾ ਆਪਰੇਟਰ ਉੱਠ ਕੇ ਬਾਲ ਖੋਲ੍ਹਣੇ ਵਾਂਡੇ 'ਤੇ ਲੱਗਿਆ ਰਹਿੰਦਾ ਨੇ, ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ। ਉਸ ਕਮੀ ਕਰਕੇ ਅਸੀਂ ਲੋਕਾਂ ਤੋਂ ਮਾਫੀ ਮੰਗਦੇ ਆ। ਲੇਕਿਨ ਸਾਡੇ ਕੋਲ ਉਹ ਗੱਲ ਹੈ, ਸਾਡੀ ਝੋਲੀ ਵਿੱਚ ਰੁਪਈਏ ਦਾ 30 ਹੈ, ਡਿਮਾਂਡ ਹੈ ਲੋਕਾਂ ਦੀ 80 ਦੀ, ਤਾਂ ਅਸੀਂ ਉਹ 30 ਡਿਵਾਈਡ ਕਿਸ ਤਰ੍ਹਾਂ ਕਰਦੇ ਆ ਉਹ ਸਾਨੂੰ ਪਤਾ, ਤਾਂ ਕਿ ਕੋਈ ਖਾਲੀ ਨਾ ਹੈ। ਇਸ ਕਰਕੇ ਇਸ ਦਿੱਕਤ ਨੂੰ ਸਮਝਦੇ ਆ ਤੇ ਸਾਡੇ ਅਸੀਂ ਬੇਨਤੀ ਕਰੀ ਹੋਈ ਹੈ, ਟਿਊਬਲ ਹੈ ਜਿਹੜਾ ਬਹੁਤ ਛੇਤੀ ਅਗਲਾ ਉਹ ਲੱਗ ਜਾਣਾ। ਤੇ ਬਾਕੀ ਜਿਹੜੇ ਹੋਰ ਐਨੇ ਕੰਮ ਜਿਹੜੇ ਅਸੀਂ ਗਿਣਾਏ ਆ, ਵੀ ਸਾਡੀ ਪੰਚਾਇਤ ਖੜੀ ਕੋਈ ਨਹੀਂ ਹੈ। ਇਹ ਜਿਹੜੇ ਕੰਮ ਸਾਰੇ ਪਿੱਛੇ ਹੋਏ ਹੈ, ਇਹ ਸਰਦਾਰ ਜਗਮੋਹਨ ਸਿੰਘ ਕੰਗ ਦੇ ਕਾਰਨ ਹੋਏ ਹੈ। ਉਹਨਾਂ ਨੇ ਸਾਨੂੰ ਜਿੰਨੀਆਂ ਵੀ ਗ੍ਰਾਂਟਾਂ ਦਈਆਂ, ਚਾਹੇ ਸਾਡੇ ਕੋਲ ਪੈਸਾ ਥਾ ਚਾਹੇ ਨਹੀਂ ਥਾ, ਉਹਨਾਂ ਨੇ ਸਾਨੂੰ ਕਦੀ ਇਹ ਨਹੀਂ ਕਿਹਾ ਵੀ ਰੁਕ ਜਾਓ। ਉਹ ਕਹਿੰਦੇ ਲੱਗੇ ਰਹੋ, ਕੰਮ ਚੱਕ ਦੋ, ਪਿੰਡ ਨੂੰ ਅਸੀਂ ਸੋਨੇ ਦਾ ਬਣਾਉਣਾ ਹੈ। ਸੋ 80% ਇਹ ਬਣ ਚੁੱਕਿਆ, ਕੁਛ ਰਹਿੰਦਾ ਹੈ। ਤੇ ਉਹ ਹੁਣ ਸਾਡੇ ਮੈਡਮ ਅਨਮੋਲ ਗਗਨ ਜੀ ਇਹ ਬੀੜਾ ਚੱਕ ਕੇ ਸਾਨੂੰ ਬਹੁਤ ਸਰਾਹਨਾ ਕਰਕੇ ਗਏ ਹੈ, ਤੇ ਸਾਨੂੰ ਇਹਨੂੰ ਵਧਾਉਂਗੇ। ਤੇ ਇੰਨਾ ਕਹਿੰਦੇ ਬਹੁਤ ਬਹੁਤ ਧੰਨਵਾਦ। ਪਿੰਡ ਦੀ ਪੰਚਾਇਤ ਨੂੰ ਸਵਾਲ ਲਗਾਤਾਰ ਜਾਰੀ ਨੇ। ਹਾਂਜੀ ਬਜ਼ੁਰਗੋ, ਕੀ ਸਵਾਲ ਹੈ ਪੰਚਾਇਤ ਨੂੰ? ਮੈਂ ਜੀ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਹਾਂਜੀ ਵੀ ਕਿਲਾ ਸਾਡਾ ਜਿਹੜੀ ਮਾੜੀ ਵਾਲੀ ਪੁਲੀ ਹੈ ਉਹ ਟੁੱਟੀ ਵੀ ਹੈ। ਉਹਦੇ ਬਾਅਦ ਸਾਡੀ ਜਨਘਰ ਪਿਆ 6-7 ਸਾਲ ਹੋ ਗਏ, ਅੱਧ ਵਿਚਾਲੇ ਪਿਆ। ਬਾਕੀ ਕਬਰਸਤਾਨ ਦਾ ਉਹ ਹੈ। ਇਹ ਸਾਡੇ ਮਸਲੇ 2-3 ਹੱਲ ਹੋਣੇ ਚਾਹੀਦੇ ਨੇ। ਸਰਪੰਚ ਸਾਹਿਬ ਨੂੰ ਬੇਨਤੀ ਸਾਡੀ। ਸਰਪੰਚ ਸਾਹਿਬ, ਹਾਂਜੀ, ਉਹ ਮੈਂ ਪਹਿਲਾਂ ਦੱਸ ਕੇ ਹਟਿਆ, ਜਿਹੜੀ ਆਪਾਂ ਕਬਰਸਤਾਨ ਦਾ ਮਸਲਾ ਹੈ ਉਹ ਅਸੀਂ ਬਹੁਤ ਛੇਤੀ ਹੱਲ ਕਰ ਰਹੇ ਹੈ। ਤਕਰੀਬਨ ਸਾਰਾ ਹੀ ਪਿੰਡ ਸਹਿਮਤ ਹੈ, ਕਿਉਂਕਿ ਇਹ ਜਿਹੜਾ ਸਾਡਾ ਭਾਈਚਾਰਾ ਹੈ, ਮੈਂ ਫੇਰ ਦੁਬਾਰਾ ਦੁਹਰਾਊਂਗਾ ਗੱਲ ਨੂੰ, ਕਬਰਸਤਾਨ ਵਾਸਤੇ ਜਦ ਸਾਡੇ ਕਿਸੇ ਬੰਦੇ ਦੀ ਡੈਥ ਹੁੰਦੀ ਹੈ ਤਾਂ ਪਹਿਲਾਂ ਦਿੱਕਤ ਆਉਂਦੀ ਕਿ ਰੋਕਣੇ ਵਾਲਾ ਨਾ ਕੋਈ ਆ ਜਾਵੇ। ਇਸ ਕਰਕੇ ਇਹ ਸਾਡਾ ਫਰਜ਼ ਬਣਦਾ ਹੈ, ਨਾ ਕਿ ਸਾਡੇ ਮੁਸਲਿਮ ਭਾਈਚਾਰੇ ਦਾ। ਇਹ ਸਾਡਾ ਫਰਜ਼ ਬਣਦਾ, ਪੰਚਾਇਤ ਦਾ ਫਰਜ਼ ਬਣਦਾ, ਨਗਰ ਨਿਵਾਸੀਆਂ ਦਾ ਫਰਜ਼ ਬਣਦਾ। ਤੇ ਇਹ ਅਸੀਂ ਬਹੁਤ ਛੇਤੀ ਮਸਲਾ ਹੱਲ ਕਰੂੰਗੇ। ਤੇ ਜਿਹੜੀ ਪੁਲੀ ਦੀ ਗੱਲ ਇਹ ਕਰਦੇ ਹੈ, ਉਹ ਵਾਕਈ ਮੇਨ ਪੁਲੀ ਹੈ। ਉਹ ਇਹਨਾਂ ਦੱਸਿਆ, ਮੈਨੂੰ ਰਾਤੇ ਦੱਸਿਆ, ਮੈਂ ਭੁੱਲ ਗਿਆ ਉਹ। ਤੇ ਉਹ ਵੀ ਪੁਲੀ ਵੀ ਲਾਈ ਜਾਊਗੀ। ਜਿਹੜੀ ਧਰਮਸ਼ਾਲਾ ਅਧੂਰੀ ਪਈ ਕਈ ਸਾਲਾਂ ਤੋਂ, ਉਹਦਾ ਅਸੀਂ ਥੋੜੇ ਦਿਨਾਂ ਵਿੱਚ ਕੰਮ ਸਟਾਰਟ ਕਰਕੇ ਉਹ ਵਧੀਆ ਬਣਾ। ਕਬਰਸਤਾਨ ਦੇ 4 ਦੀਵਾਰੀ ਵੀ ਕੀਤੀ ਜਾਊਗੀ ਜੇ ਕੰਮ ਕਬਰਸਤਾਨ ਬਣਾ ਕੇ ਜੀ ਬਿਲਕੁਲ ਵਧੀਆ ਫਸਟ ਕਲਾਸ ਕਬਰਸਤਾਨ ਬਣਾ ਕੇ ਦਊਂਗੇ ਆਪਣੇ ਇਸੇ ਪੰਚਾਇਤ ਦੇ ਵਿੱਚ। ਹਾਂਜੀ, ਠੀਕ ਹੈ। ਕੋਈ ਹੋਰ ਪਿੰਡ ਵਾਲਿਆਂ ਦੇ ਸਵਾਲ? ਆਜੋ ਵਿੱਚ ਜੇ ਆਜੋ। ਕੀ ਨਾਮ ਹੈ ਜੀ ਆਪਣਾ? ਜਸਵੀਰ ਕੁਮਾਰ ਜੀ। ਕੀ ਸਵਾਲ ਹੈ ਪੰਚਾਇਤ ਨੂੰ? ਪਹਿਲਾਂ ਤਾਂ ਇਹ ਪਰਮ ਸਤਿਕਾਰਯੋਗ ਇਸ ਆਮ ਇਜਲਾਸ ਦੇ ਵਿੱਚ ਬੈਠੇ ਮਾਜਰੀ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਦਾ ਗ੍ਰਾਮ ਪੰਚਾਇਤ ਮਾਜਰੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਹੜੇ ਇੱਕ ਫੋਨ ਕੀਤੇ ਤੇ ਇਸ ਮੈਸੇਜ ਨੂੰ ਪੜ੍ਹਨ ਤੇ ਹੀ ਇੱਥੇ ਸਾਰੇ ਇਸ ਆਮ ਇਜਲਾਸ ਦੇ ਵਿੱਚ ਇਕੱਠੇ ਹੋਏ ਨੇ। ਬਾਕੀ ਗੱਲ ਇਹ ਹੈ ਕਿ ਜੋ ਸਰਪੰਚ ਸਾਹਿਬ ਨੇ ਆਪਣੇ ਕੰਮ ਗਣਾਏ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਜਿੰਨੇ ਵੀ ਇੱਥੇ ਕੰਮ ਹੋਏ ਨੇ ਉਹ ਮਾਜਰੀ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਕੰਮ ਕੀਤੇ ਗਏ ਨੇ। ਸੋ ਸਾਰੇ ਹੀ ਨਗਰ ਨਿਵਾਸੀ ਜਿੰਨੇ ਵੀ ਸਰਪੰਚ ਸਾਹਿਬ ਜਾਂ ਇਹਨਾਂ ਦੀ ਪੂਰੀ ਪੰਚਾਇਤ ਤੋਂ ਬਹੁਤ ਹੀ ਖੁਸ਼ ਨੇ। ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਆਪਣੇ ਗਣਾਏ ਨੇ ਉਹ ਸਾਰੇ ਤੁਸੀਂ ਦੇਖ ਸਕਦੇ ਹੋ, ਚਾਹੇ ਘੁੰਮ ਕੇ ਕੋਈ ਵੀ ਦੇਖੇ ਇਹ ਕੰਮ ਹੋਏ ਨੇ। ਤੇ ਜਿਹੜੇ ਕੰਮਾਂ ਦੇ ਬਾਰੇ ਇਹਨਾਂ ਨੇ ਅਲੌਸਮੈਂਟ ਕੀਤੀ ਹੈ, ਸਾਨੂੰ ਪੱਕਾ ਯਕੀਨ ਹੈ ਕਿ ਉਹ ਕੰਮ ਜਿਹੜੇ ਬਾਕੀ ਇਹਨਾਂ ਨੇ ਅਲੌਸਮੈਂਟ ਕੀਤੀ ਹੈ ਉਸ ਨੂੰ ਵੀ ਪੂਰਾ ਕਰਨਗੇ। ਬਾਕੀ ਸਾਡੀ ਇੱਕ ਛੋਟੀ ਜਿਹੀ ਡਿਮਾਂਡ ਹੈ ਕਿ ਸਾਡੇ ਚਾਚਾ ਜੀ ਨੀਚੇ ਡਾਕਟਰ ਸੁਨੀਲ ਜੀ ਜਿੱਥੇ ਵਸਦੇ ਨੇ, ਤੇ ਨਾਲ ਹੀ ਸਾਡੇ ਚਾਚਾ ਜੀ ਬਾਲੀ ਰਾਮ ਜੀ ਦਾ ਪਲਾਟ ਪਿਆ, ਉਹਨਾਂ ਨੇ ਵੀ ਬਹੁਤ ਜਲਦੀ ਮਕਾਨ ਦਾ ਕੰਮ ਸ਼ੁਰੂ ਕਰਨਾ ਹੈ। ਵੀ ਜਦੋਂ ਅਸੀਂ ਉੱਥੇ ਰਾਤ ਨੂੰ ਜਾਂਦੇ ਹਾਂ ਤਾਂ ਉੱਥੇ ਘਾਹ ਬੂਟੀਆਂ ਬਹੁਤ ਜ਼ਿਆਦਾ ਪੈਦਾ ਹੋ ਗਿਆ, ਜਿਹਦੇ ਕਰਕੇ ਸਾਨੂੰ ਡਰ ਲੱਗਦਾ ਹੈ। ਅਸੀਂ ਮੋਬਾਈਲ ਦੀ ਲਾਈਟ ਬਾਲ ਕੇ ਜਾਂ ਪੈਰਾਂ ਦੀ ਥਪਥਪਾਟ ਦੇ ਨਾਲ ਜਾਂਦੇ ਕਿ ਕੋਈ ਸੱਪ ਕੰਡਾ ਨਾ ਸਾਨੂੰ ਕੱਟ ਜਾਵੇ। ਸੋ ਸਾਡੀ ਗ੍ਰਾਮ ਪੰਚਾਇਤ ਮਾਜਰੀ ਅੱਗੇ ਇਹੀ ਡਿਮਾਂਡ ਹੈ ਕਿ ਉਸ ਸੜਕ ਨੂੰ ਵੀ ਜਿਹੜਾ ਜਲਦੀ ਬਣਾਇਆ ਜਾਵੇ। ਬਹੁਤ ਬਹੁਤ ਧੰਨਵਾਦ। ਸਰਪੰਚ ਸਾਹਿਬ, ਇੱਕ ਹੋਰ ਡਿਮਾਂਡ ਆਈ ਹੈ ਵੀ ਬੂਟੇ ਨੂੰ ਲੈ ਕੇ ਵੀ ਸਾਫ਼ ਸਫਾਈ ਕੀਤੀ ਜਾਵੇ ਮਕਾਨ ਦੇ ਨੇੜੇ, ਦੱਸ ਰਹੇ? ਹਾਂਜੀ, ਬਿਲਕੁਲ ਸਹੀ ਗੱਲ ਹੈ ਇਹਨਾਂ ਦੀ। ਉਹ ਗਲੀ ਰਹਿੰਦੀ ਹੈ ਬਣਾ, ਸਾਡੇ ਕੋਲ ਫੰਡ ਦੀ ਘਾਟ ਹੋਣੇ ਕਰਕੇ ਅਸੀਂ ਬੰਦ ਕਰ ਦਿੱਤਾ ਕੰਮ। ਬਹੁਤ ਛੇਤੀ ਸਾਰੀਆਂ ਗਲੀਆਂ ਦਾ ਕੰਮ ਹੋਣੇ ਸ਼ੁਰੂ ਹੋਣੇ ਵਾਲਾ। ਠੀਕ ਹੈ ਜੀ। ਕੋਈ ਹੋਰ ਸਵਾਲ? ਜਿੱਦਾਂ ਵੀ ਸਰਪੰਚ ਸਾਹਿਬ ਨੇ ਦੱਸਿਆ ਵੀ ਪਾਣੀ ਨੂੰ ਲੈ ਕੇ ਜਾਂ ਨਸ਼ਿਆਂ ਨੂੰ ਲੈ ਕੇ ਪਿੰਡ ਦੇ ਵਿੱਚ ਨਸ਼ੇ ਵੱਧ ਰਹੇ ਨੇ, ਕੋਈ ਸਵਾਲ ਹੋਵੇ ਪਿੰਡ ਨਿਵਾਸੀਆਂ ਦਾ, ਕਿਸੇ ਦਾ ਹੱਥ ਖੜਾ ਕਰਕੇ ਵਿੱਚ ਆ ਸਕਦਾ, ਕੋਈ ਸਵਾਲ ਕਿਸੇ ਨੇ ਕਰਨਾ ਹੋਵੇ ਪੰਚਾਇਤ ਨੂੰ? ਮੈਂ ਸਰਪੰਚ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਹੋਰ ਵੀ ਸਾਡੇ ਇੱਕ ਡਾਕਟਰ ਫੜਿਆ ਇੱਥੇ ਜਿਹੜਾ ਨਸ਼ਾ ਵੇਚਦਾ ਤਾ, ਪਰ ਉਹਦੇ ਵਿੱਚ ਥੋੜੀ ਜਿਹੀ ਸਾਡੇ ਬੱਚਿਆਂ ਤੇ ਕੁਝ ਕਮੀ ਰਹਿ ਗਈ ਵੀ ਉਹ ਥੋੜਾ ਜਿਹਾ ਐਰਾ ਦੇ ਕੇ ਜਿਹੜੀਆਂ ਗੋਲੀਆਂ ਗਾਲੀਆਂ ਤੀਆਂ ਉਹ ਫੜ ਨਹੀਂ ਸਕੇ। ਇਸ ਕਰਕੇ ਵੀ ਪੁਲਿਸ ਹੈ ਜਿਹੜੀ ਕੋਈ ਕਾਰਵਾਈ ਨਹੀਂ ਕਰ ਰਹੀ।
ਪਹਿਲਾਂ ਵੀ ਜਿਹੜਾ ਉਹ ਡਾਕਟਰ ਹੈ ਖਿਜਰਾਬਾਦ ਵਿੱਚ ਰਹਿੰਦਾ ਤਾ, ਜਿਹੜਾ ਕਿ ਉੱਥੇ ਵੀ ਨਸ਼ਿਆਂ ਕਰਕੇ ਉੱਥੇ ਤੇ ਕੱਢਿਆ ਤਾ। ਸੋ ਮੈਂ ਬੇਨਤੀ ਕਰੂੰਗਾ ਵੀ ਇਹ ਜਿਹੜੇ ਵੀ ਅਨਸਰ ਹੈਗੇ ਆ, ਕੁਝ ਜਿਹੜੇ ਵੀ ਪਿੰਡ ਦੇ ਲੋਕ ਵੀ ਕੁਝ ਹੈਗੇ 1-2% ਜਿਹੜੇ ਉਸ ਦੀ ਮਦਦ ਕਰਦੇ ਆ, ਵੀ ਇਹੋ ਜਿਹੇ ਚਿਹਰੇ ਨੂੰ ਨੰਗਾ ਕਰਿਆ ਜਾਵੇ, ਕਿਉਂਕਿ ਪਿੰਡ ਦੀ ਨਿਗਾਹ ਵਿੱਚ ਆ ਜਾਵੇ ਵੀ ਇਹ ਪਿੰਡ ਦੇ ਵਸਨੀਕ ਹੈ ਜਿਹੜੇ ਬਾਹਰ ਆਏ ਨਸ਼ੇ ਖੋਰੀ ਜਿਹੜੇ ਵੇਚਦੇ ਆ, ਵੀ ਉਹਨਾਂ ਦੀ ਮਦਦ ਕਰਦੇ ਤਾਂ ਕਿ ਪਿੰਡ ਵਾਲਿਆਂ ਨੂੰ ਵੀ ਪਤਾ ਲੱਗ ਜਾਵੇ ਵੀ ਉਹਨਾਂ ਨੂੰ, ਚਾਹੇ ਉਹ ਸਾਡਾ ਪਿੰਡ ਦਾ ਕਲੱਬ ਥਾ, ਯਾਨੀ ਕਿ ਉਹਨਾਂ ਨੇ ਬੜੀ ਮਿਹਨਤ ਨਾਲ ਉਸ ਬੰਦੇ ਨੂੰ ਫੜਿਆ ਤਾ, ਪਰ ਇਹੀ ਥੋੜੀ ਜਿਹੀ ਉਹਨਾਂ ਤੇ ਕਮੀ ਰਹਿ ਗਈ ਵੀ ਉਹ ਸਬੂਤ ਨਹੀਂ ਪੇਸ਼ ਕਰ ਸਕੇ ਵੀ ਯਾਨੀ ਕਿ ਉਹ ਗੋਲੀਆਂ ਦੀਆਂ ਵੇਚਦਾ ਜਾਂ ਜੋ ਚਿੱਟਾ ਵੇਚਦਾ ਤਾ ਉਹ ਉਹਨਾਂ ਦੀ ਪਕੜ ਵਿੱਚ ਤੇ ਨਿਕਲ ਗਿਆ। ਯਾਨੀ ਕਿ ਬਹਿਸ ਜੀ ਹੁੰਦੀ ਰਹੀ, ਇਸ ਤਰ੍ਹਾਂ ਕਰਕੇ ਉਹ ਬੰਦਾ ਕੋਈ ਉਹਨਾਂ ਦਾ ਚੱਕ ਲੈ ਗਿਆ ਤੇ ਉਹ ਪੁਲਿਸ ਨੂੰ ਉਹ ਕੁਝ ਨਹੀਂ ਫੜਾ ਸਕੇ ਜਿਹੜੇ ਸਬੂਤ ਤੇ। ਯਾਨੀ ਕਿ ਮੈਂ ਬੇਨਤੀ ਕਰੂੰਗਾ ਨਗਰ ਨੂੰ ਵੀ ਇਹੋ ਜਿਹੇ ਬੰਦਿਆਂ ਤੇ ਸੁਚੇਤ ਰਹਿਣਾ ਚਾਹੀਦਾ। ਹਰੇਕ ਨੌਜਵਾਨ ਨੂੰ ਬੇਨਤੀ ਕਰੂੰਗਾ ਨਸ਼ਿਆਂ ਤੇ ਉਹ ਦੂਰ ਰਹਿਣ। ਜਿਹੜਾ ਕੋਈ ਇਹੋ ਜਿਹਾ ਅਨਸਰ ਆਂਦਾ ਹੈ ਤਾਂ ਉਹਨੂੰ ਪੰਚਾਇਤ ਨੂੰ ਦੱਸੇ ਜਾਂ ਪੁਲਿਸ ਨੂੰ ਦੱਸੇ। ਇਹਨਾਂ ਬੰਦਿਆਂ ਨੂੰ ਪਕੜਾ ਕੇ ਉਹ ਪੁਲਿਸ ਦੇ ਹਵਾਲੇ ਕਰਕੇ ਤਾਂ ਕਿ ਇੱਕ ਇਸ ਪਿੰਡ ਕਿਹਾ ਵੀ ਆਪਣੇ ਏਰੀਆ ਵਿੱਚ ਨਾ ਉਹ ਬੰਦਾ ਰਹਿ ਸਕੇ। ਨਗਰ ਨੂੰ ਸੁਚੇਤ ਹੋਣਾ ਪੈਣਾ ਕਿਤੇ ਨਾ ਕਿਤੇ। ਹਾਂਜੀ, ਸਾਰੇ ਨਗਰ ਨੂੰ ਸੁਚੇਤ ਹੋਣਾ ਪੈਣਾ ਤੇ ਯੰਗ ਜਨਰੇਸ਼ਨ ਨੂੰ ਸੁਚੇਤ ਹੋਣਾ ਪੈਣਾ ਜੇ ਆਪਾਂ ਨੇ ਨਸ਼ਿਆਂ ਤੇ ਮੁਕਤ ਰਹਿਣਾ। ਮੈਂ ਆਪਣੇ ਪਿੰਡ ਦੀ ਯਾਨੀ ਕਿ ਪ੍ਰਸ਼ੰਸਾ ਕਰਦਾ ਵੀ ਸਾਡੇ ਪਿੰਡ ਦੇ ਬੱਚੇ ਆ ਜਿਹੜੇ ਹੁਣ ਤੱਕ ਨਸ਼ਾ ਮੁਕਤ ਹੈ, ਪਰ ਇਹ 5-4 ਮਹੀਨੇ ਵਿੱਚ ਡਾਕਟਰ ਨੇ ਆ ਕੇ ਇੱਕ ਇਹੋ ਜਿਹੀ ਇੱਥੇ ਰੀਤ ਲਾਤੀ ਸੀ, ਯਾਨੀ ਕਿ ਹੌਲੀ ਹੌਲੀ ਬੱਚੇ ਉਸ ਵੱਲ ਨੂੰ ਜਾਣ ਲੱਗੇ ਤੇ। ਸੋ ਇਹ ਜੇ ਅਨਸਰਾਂ ਨੂੰ ਦੂਰ ਰੱਖੇ, ਹੁਣ ਵੀ ਉਹਦਾ ਪਤਾ ਕਰੇ ਵੀ ਕਿੱਥੇ ਆ ਉਹ, ਵੀ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ, ਕਿਉਂਕਿ ਪਹਿਲਾਂ ਵੀ ਖਿਦਰਾਬਾਦ ਤੇ ਦੂਸਰੀ ਵਾਰ ਇੱਥੇ ਤੇ ਫੜਿਆ, ਹੁਣ ਤੀਸਰੀ ਵਾਰੀ ਕਿੱਥੇ ਗਿਆ। ਇਹ ਜਿਹੇ ਅਨਸਰਾਂ ਨੂੰ ਰੋਕਿਆ ਜਾਵੇ। ਸਰਪੰਚ ਸਾਹਿਬ ਇੱਕ ਸਵਾਲ ਹੈ ਬਹੁਤ ਵੱਡਾ, ਪਿੱਛੇ ਜਿਹੀ ਘਟਨਾ ਵਾਪਰੀ ਤੁਹਾਡੇ ਪਿੰਡ ਦੇ ਵਿੱਚ ਵੀ ਨਸ਼ਾ ਉਹ ਡਾਕਟਰ ਬਣ ਰਿਹਾ ਸੀਗਾ, ਕਿਸ ਤਰ੍ਹਾਂ ਦੇਖਦੇ ਹੋ? ਪੁਲਿਸ ਫੜ ਵੀ ਲੈਂਦੀ ਹੈ ਪਰ ਛੱਡ ਦਿੱਤਾ ਜਾਂਦਾ ਬੰਦਾ ਉਹ। ਬਿਲਕੁਲ ਸਹੀ ਗੱਲ ਹੈ ਇਹਨਾਂ ਦੀ। ਇਹ ਇੱਕ ਇਹਨਾਂ ਦੀ ਨਹੀਂ, ਪੂਰੇ ਪਿੰਡ ਦੀ ਉਹ ਇਹ ਰਿਪੋਰਟ ਹੈ। ਉਹ ਡਾਕਟਰ ਵਾਕਈ ਨਸ਼ਾ ਵੇਚਦਾ ਤਾ। ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਜਿਹੜੇ ਅਸੀਂ ਹੈ, ਮੈਂ ਸਰਪੰਚ ਹੈ ਜਾਂ ਪੰਚ ਹੈ ਜਾਂ ਪਿੰਡ ਵਾਸੀ ਹੈ, ਇਹਨਾਂ ਕੋਲ ਇੰਨੀ ਜਾਸੂਸੀ ਨਹੀਂ ਹੁੰਦੀ ਵੀ ਜਾ ਕੇ ਕਿਸ ਟਾਈਮ ਕਿੱਥੇ ਵੇਚ ਰਿਹਾ ਹੈ। ਇਹ ਕੰਮ ਹੈ ਪੁਲਿਸ ਦਾ। ਅਸੀਂ ਦੱਸਣਾ ਹੁੰਦਾ ਹੈ ਵੀ ਫਲਾਣਾ ਬੰਦਾ ਉਹ ਉਹਨਾਂ ਨੇ ਕਰਨੀ ਹੈ। ਜੇ ਕੋਈ ਕਰਨ ਵਾਲੇ ਬੜੀ ਕੋਈ ਔਖੀ ਗੱਲ ਨਹੀਂ ਹੈ। ਆਹ ਅਗਰ ਕਿਤੇ ਲੜਾਈ ਹੋ ਜਾਂਦੀ ਹੈ ਉਹ ਫੜਾਕਾ ਨਹੀਂ ਪੈਣ ਜਦੀ ਪਰਚਾ ਕਰ ਦਿੰਦੇ ਆ, ਪਏ ਕਹੀ ਜਾਓ ਪੰਚਾਇਤ ਵੀ ਰਹਿਣ ਦਿਓ ਤੁਸੀਂ। ਲੇਕਿਨ ਅਗਰ ਉਹ ਪਕੜਨਾ ਚਾਹੇ ਤਾਂ ਪਕੜ ਸਕਦੇ ਆ। ਇਸ ਗੱਲ ਨੂੰ 10-12 ਦਿਨ ਹੋ ਗਏ ਕੋਈ ਸੁਣਵਾਈ ਨਹੀਂ, ਤਾਂ ਸਾਨੂੰ ਮੀਡੀਆ ਗੱਲਾਂ ਆਉਂਦੀਆਂ ਕਹਿੰਦੇ ਸੀ ਵਾਰਨਿੰਗ ਦੇ ਕੇ ਛੱਡਤੇ। ਉਹ ਵਾਰਨਿੰਗ ਹੁਣ ਵੀ ਚੱਲ ਰਿਹਾ ਹੈ। ਰਾਤ ਮੇਰੇ ਕੋਲ 10 ਵਜੇ ਫੋਨ ਆਏ, ਬੰਦਾ ਜਿਹੜਾ ਭੱਜਿਆ ਵਾ ਤਾਂ ਇਸ ਟਾਈਮ ਫਲਾਣੇ ਕੂਏ ਦੇ ਕੋਲ ਖੜਾ ਗੋਲੀਆਂ ਲੈ ਕੇ ਵੰਡ ਰਿਹਾ, ਆ ਭੀੜ ਲੱਗੀ ਪਈ ਹੈ। ਮੈਂ ਉਸੇ ਟਾਈਮ ਉੱਥੇ ਗਿਆ, ਨਾ ਉੱਥੇ ਕੋਈ ਗੋਲੀ ਵਾਲਾ ਨਾ ਕੋਈ ਦਾ, ਮਤਲਬ ਹੁਣੀ ਪਤਾ ਲੱਗਿਆ ਵੀ 10-8 ਬੰਦੇ ਹੁਣ ਭੱਜੇ ਆ ਉਹਦੇ ਤੇ। ਪੰਚਾਇਤ ਵੱਲੋਂ ਇਸ ਦੇ ਖਿਲਾਫ ਕੋਈ ਸਖਤ ਐਕਸ਼ਨ ਲਿਆ ਜਾਵੇਗਾ? ਪੰਚਾਇਤ ਵੱਲੋਂ ਤਾਂ ਅਸੀਂ ਪੰਚਾਇਤ ਐਕਸ਼ਨ ਇਹ ਲੈ ਸਕਦੀ, ਜੇਕਰ ਪੁਲਿਸ ਨੂੰ ਕਹਿ ਸਕਦੀ ਹੈ, ਆਪਣੀ ਗਵਾਹੀ ਪਾ ਸਕਦੀ ਹੈ ਇਹ ਬੰਦੇ ਗਲਤ ਹੈ। ਲੇਕਿਨ ਅਗਰ ਪੁਲਿਸ ਕਹਿ ਦੇਵੇ ਵੀ ਅਸੀਂ ਤਾਂ ਜੀ ਵਾਰਨਿੰਗ ਦੇ ਕੇ ਛੱਡ ਦਿਆ, ਤਾਂ ਪੰਚਾਇਤ ਕਿੱਥੇ ਟੱਕਰ ਮਾਰੂਗੀ? ਕਿੱਥੇ ਟੱਕਰ ਮਾਰ? ਦੇਖੋ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਦਾ ਜੰਮਪਲ ਹੁੰਦਾ, ਪੰਚਾਇਤ ਮੈਂਬਰ ਪਿੰਡ ਦਾ ਜੰਮਪਲ ਹੁੰਦਾ ਹੈ, ਉਹਨੂੰ ਹਰੇਕ ਬੰਦੇ ਬਾਰੇ ਨੌਲੇਜ ਹੁੰਦੀ ਹੈ। ਅਗਰ ਉਸ ਦੀ ਗਵਾਹੀ ਨਹੀਂ ਉਹ ਮੰਨਦੇ, ਉਹ ਕਹਿੰਦੇ ਸਾਨੂੰ ਤਾਂ ਜੀ ਪ੍ਰੂਫ ਦਿਓ, ਹੁਣ ਸਰਪੰਚ ਕਿੱਥੇ ਅੱਧੀ ਰਾਤ ਨੂੰ ਜਾ ਕੇ ਉਹਦੀ ਗੋਲੀਆਂ ਕੱਢੇ? ਸਾਨੂੰ ਇਹ ਪਤਾ ਵੀ ਵੇਚਦਾ ਆ, ਸਬੂਤ ਤਾਂ ਪੈਦਾ ਕਰਨੇ ਪਿਆ ਰਾਜ ਵਾ, ਉਹ ਇੱਕ ਦਿਨ ਵੀ ਪੈਦਾ ਕਰ ਲੈਂਦੇ ਆ। ਤੁਸੀਂ ਕਹਿਣਾ ਵੀ ਉਸ ਬੰਦੇ ਕੋਲ ਪ੍ਰੂਫ ਸਬੂਤ ਨਹੀਂ ਮਿਲੇ, ਗੋਲੀਆਂ ਨਹੀਂ ਮਿਲੀਆਂ। ਉਹ ਬੰਦਾ ਮੰਨ ਗਿਆ, ਉਹਨੂੰ ਫੜ ਕੇ ਲੈ ਕੇ ਕਹਿੰਦਾ ਮੈਂ ਖਾਂਦਾ ਵੀ ਹੈ ਤੇ ਮੈਂ ਵੇਚਦਾ ਵੀ ਹੈ। ਤਾਂ ਮੇਰੇ ਕੋਲ ਰਿਪੋਰਟ ਆਈ ਵੀ ਥਾਣੇ ਵਾਲਿਆਂ ਨੇ ਕਿਹਾ ਵੀ ਇਹਨੂੰ ਅਸੀਂ ਵਾਰਨਿੰਗ ਦੇ ਛੱਡਦੇ ਕਿਉਂਕਿ ਸਾਨੂੰ ਕੋਈ ਬਰਾਮਦ ਨਹੀਂ ਹੋਇਆ। ਸਾਨੂੰ ਸਾਕੇ ਦੇ ਕੋਲ ਤੇ ਬਰਾਮਦ ਹੋਇਆ। ਇਹ ਲੱਜ ਲਿਹਾਜ਼ ਵਾਲੀਆਂ ਗੱਲਾਂ ਹੈ। ਅਗਰ ਇਹ ਕਾਰਵਾਈ ਨਾ ਹੋਈ ਅਸੀਂ ਬਹੁਤ ਉੱਪਰ ਤੇ ਜਾਣਾ, ਮੁੱਖ ਮੰਤਰੀ ਤੱਕ ਜਾਵਾਂਗੇ ਅਸੀਂ। ਸਤਿਕਾਰਯੋਗ ਭਗਵੰਤ ਮਾਨ ਜੀ ਸਾਡੇ ਦੇ ਆਦੇਸ਼ ਹੈ ਵੀ ਨਸ਼ੇ ਬਾਰੇ ਅਗਰ ਕੋਈ ਨਹੀਂ ਕੰਮ ਕਰਦਾ ਤਾਂ ਸਿੱਧੇ ਮੇਰੀ ਗੱਲ ਸੰਪਰਕ ਕਰੋ। ਕੀ ਹਲਕੇ ਦੇ ਐਮਐਲਏ ਨਾਲ ਗੱਲਬਾਤ ਕਰੀ ਹੈ ਇਸ ਮਸਲੇ ਸਾਡੇ ਹੁਣ 5-4 ਦਿਨ ਹੋ ਗਏ, ਮੈਡਮ ਅਨਮੋਲ ਗਗਨ ਜੀ ਆਏ ਤੇ ਉੱਥੇ ਡੀਐਸਪੀ ਸਾਹਿਬ ਵੀ ਆਏ ਤੇ ਉਹਨਾਂ ਨੇ ਸਾਡੇ ਸਾਹਮਣੇ ਉਹਨਾਂ ਨੂੰ ਬਹੁਤ ਰਿਕੁਐਸਟ ਕਰੀ ਹੈ, ਬਹੁਤ ਤਗੀਦੀ ਹੈ ਵੀ ਜਿਹੜੇ ਜਿਵੇਂ ਕਿ ਖਿਦਰਾਬਾਦ ਦੇ ਬੰਦੇ ਪਕੜੇ ਗਏ ਤੇ ਉਹਨਾਂ ਦਾ ਕੁਝ ਨਹੀਂ ਹੋਇਆ, ਇੱਥੇ ਹੀ ਪਕੜੇ। ਸਾਨੂੰ ਪਤਾ ਵੀ ਕਿਹੜਾ ਬੰਦਾ ਵੇਚਦਾ, ਲੇਕਿਨ ਅਸੀਂ ਕਰਕੇ ਆ ਸਕਦੇ ਆ, ਉਹਦਾ ਕਰਨਾ ਤਾਂ ਪੁਲਿਸ ਨੇ ਹੁੰਦਾ। ਜਦੋਂ ਕੋਈ ਚੋਰੀ ਹੋ ਜਾਂਦੀ ਹੈ ਉਹ ਘੰਟੇ ਬਾਅਦ ਕਹਿੰਦੇ ਜੀ ਮਾਲੀ ਬਰਾਮਦ ਹੋ ਗਿਆ, ਬੰਦਾ ਹੀ ਮੰਨ ਗਿਆ। ਫਿਰ ਇਹ ਬੰਦੇ ਕਿਉਂ ਨਹੀਂ ਫਕੜੇ ਜਾਂਦੇ, ਕਿਉਂ ਨਹੀਂ ਮੰਨੇ ਜਾਂਦੇ ਇਹ? ਤਾਂ ਮੇਰੀ ਪੁਲਿਸ ਵਿਭਾਗ ਨੂੰ ਬੇਨਤੀ ਹੈ ਵੀ ਸਾਡੇ ਪਿੰਡ ਪਰ ਕੰਮ ਦੇ ਕੰਮ ਰਹਿਮ ਕਰੋ, ਇਹਨਾਂ ਅਨਸਰਾਂ ਨੂੰ ਪਕੜ ਲਓ, ਚੱਕ ਕੇ ਇਹਨਾਂ ਪਿੱਛੇ ਗੇਰੋ। ਨਹੀਂ ਪਿੰਡ ਵਾਸੀਆਂ ਨੇ ਅਗਰ ਕੋਈ ਕਾਰਵਾਈ ਕਰਦੀ ਤਾਂ ਪੰਚਾਇਤ ਦਾ ਕੋਈ ਜ਼ਿੰਮੇਵਾਰ ਨਹੀਂ ਹੋਊਗਾ। ਇਸ ਟਾਈਮ ਸਾਡੇ ਪਿੰਡ ਦੇ ਜਿਹੜੇ ਲੋਕ ਹੈ ਜਿਹੜੇ ਬੈਠੇ ਹੈ, ਇਹ ਮੇਨ ਮੁੱਦਾ ਇਹਨਾਂ ਦਾ ਆਹੀ ਹੈ ਵੀ ਨਸ਼ਾ ਇੱਥੇ ਚੱਲ ਗਿਆ, ਕਿਸੇ ਦਾ ਬੱਚਾ 1 ਹੈ, ਕਿਸੇ ਦਾ 2 ਹੈ, ਲੇਕਿਨ ਉਹ ਗਲਤ ਰਾਹ ਪਰ ਤੁਰ ਪਏ। ਤਾਂ ਮੈਂ ਪੁਲਿਸ ਵਿਭਾਗ ਨੂੰ ਬੇਨਤੀ ਕਰੂੰਗਾ ਸਾਡੇ ਪਿੰਡ ਬਾਹਰ ਰਹਿਮ ਕਰੋ, ਇਹਨਾਂ ਨੂੰ ਪਕੜੋ, ਗੁੰਡੇ ਅਨਸਰਾਂ ਨੂੰ।
ਜਿਹੜੇ ਹੁਣ ਵੀ ਰਾਤ ਨੂੰ ਮੰਡਰਾਉਂਦੇ ਆ। ਹਾਂ ਜਿਹੜੇ ਇਹਨਾਂ ਦੇ ਸਪੋਰਟਰ ਹੈ ਬੰਗਲੇ ਭਗਤ, ਉਹਨਾਂ ਨੂੰ ਵੀ ਪਕੜੋ। ਪਕੜਨਾ ਬੜਾ ਸੌਖਾ ਹੈ, ਇਹ ਕਾਨੂੰਨ ਅਸੀਂ ਤਾਂ ਉਹਨੂੰ ਸਿਖਾ ਨਹੀਂ ਸਕਦੇ ਹੈ। ਜਿਹੜੇ ਕੋਠੀਆਂ ਲਈ ਫਿਰਦੇ ਆ, 50 ਲੱਖ ਦੀਆਂ ਗੱਡੀਆਂ ਲਈ ਫਿਰਦੇ, ਕਿੱਥੇ ਦੇ ਆਈਆਂ ਨੇ ਉਹ? ਇੱਕ SHO ਸਾਹਿਬ ਦੀ ਇੰਟਰਵਿਊ ਆਈ ਸੀ ਨਵੇਂ ਗਰਾਉਂ ਤੇ, ਉਹ ਕਹਿੰਦੇ ਵੀ ਜਿਹੜੇ ਬੰਦੇ ਬਸ ਹੱਕ ਹੈ ਉਹ ਬਸ ਜਰੀਆ ਇਨਕਮ ਦਾ ਹੈ ਨਹੀਂ, ਗੱਡੀਆਂ ਬੜੀਆਂ ਬੜੀਆਂ ਲਈ ਫਿਰਦਾ, ਸਾਨੂੰ ਦੱਸੋ ਉਹ ਮੰਨੂਗਾ ਫੜਦੇ ਪੈਸੇ ਕਿੱਥੇ ਦੇ ਆਏ? ਤਾਂ ਜੇ ਪਕੜਨੇ ਬਾਅਦ ਪਕੜ ਸਕਦੇ ਆ। ਸਾਡੀ ਬੇਨਤੀ ਹੈ ਸਾਡੇ SHO ਸਾਹਿਬ ਨੂੰ, DSP ਸਾਹਿਬ ਨੂੰ ਕਿ ਜਾਂ ਤਾਂ ਇਹਨਾਂ ਨੂੰ ਪਕੜ ਲਓ, ਇਹਨਾਂ ਨੂੰ ਕਰੋ ਅੰਦਰ ਜਿਹੜੇ ਬੰਦੇ ਹੈਗੇ ਆ। ਨਹੀਂ ਪਿੰਡ ਵਾਸੀ ਬਹੁਤ ਗੁੱਸੇ ਵਿੱਚ ਹੈ, ਕੋਈ ਨਾ ਕੋਈ ਕਾਰਾ ਹੋ ਜਾਣਾ, ਫਿਰ ਪੰਚਾਇਤ ਕੋਈ ਜ਼ਿੰਮੇਵਾਰ ਨਹੀਂ। ਠੀਕ ਹੈ ਜੀ। ਸੋ ਪਿੰਡ ਵਾਲਿਆਂ ਵੱਲੋਂ ਜਿਸ ਸਰਪੰਚ ਸਾਹਿਬ ਨੇ ਦੱਸਿਆ ਵੀ ਇਸ ਨਸ਼ਿਆਂ ਦੇ ਬਾਰੇ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਇਸ ਮਸਲੇ ਬਾਰੇ, ਆ ਜਾਓ ਜੀ ਅੱਗੇ ਆ ਜਾਓ ਜੀ। ਸੋ ਮਾਤਾ ਜੀ ਆਏ ਨੇ ਇੱਕ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ ਜੋ ਗੱਲਬਾਤ ਹੋਈ है? मैं यही कहना चाहूँगी भाई मुझे 70 साल हो गए लड़ाई को, पर मैं ऐसा सरपंच कोई नहीं देखा। इस सरपंच ने बहुत कुछ बनाया घर पिंड खातर। कोई अपने मन से कोई 2-4 बंदे है जो होंगे नहीं कहूँगे, बाकी बहुत बढ़िया गलियाँ बना दी, पानी टाइम पे पानी जा रहे। सरपंच है जब कोई माड़ा सरपंच। ਕੋਈ ਸਵਾਲ ਹੋਵੇ ਪੰਚਾਇਤ ਨੂੰ ਵੀ ਪਿੰਡ ਦੇ ਵਿੱਚ ਉਹ ਕੰਮ ਨਹੀਂ ਹੋਇਆ? काम तो सारे हो रहे हैं, काम तो कोई ऐसा कोई रुका हुआ नहीं है। ਕਿਉਂਕਿ ਅੱਜ ਇੱਥੇ ਪੂਰੀ ਸੱਥ ਰੱਖੀ ਗਈ ਹੈ ਨਾ ਵੀ ਇਸ ਮਸਲੇ ਬਾਰੇ ਮੀਟਿੰਗ ਚੱਲ ਰਹੀ ਸਾਰਿਆਂ ਦੀ, ਜੋ ਲਾਈਵ ਡਿਬੇਟ ਹੋ ਰਹੀ ਹੈ ਵੀ ਜੋ ਪਿੰਡ ਨਿਵਾਸੀ ਨੇ ਸਰਪੰਚ ਪੰਚਾਇਤ ਨੂੰ ਸਵਾਲ ਕਰ ਰਹੇ ਨੇ ਵੀ ਪਿੰਡ ਦੇ ਵਿੱਚ ਆਹ ਕੰਮ ਨਹੀਂ ਹੋਏ, ਉਸ ਨੂੰ ਲੈ ਕੇ ਸਵਾਲ ਜਵਾਬ ਹੋਏ। ਤੁਹਾਡੇ ਵੀ ਸ਼ਾਇਦ ਕੋਈ ਮਨ ਦੇ ਵਿੱਚ ਗੱਲ ਹੋਵੇ। साडा तो कोई सवाल है नहीं, सारे काम हो रहे हैं, हौली हौली सब काम हो रहे हैं। जो कोई गलत काम होगा उसे सरपंच सही कहूँगा तो फिर उसकी क्या लड़ाई करनी कोई करो जावे। या भी मैं कहूँगी 70 साल हो गए मुझे, सारे सरपंच मेरे सामने हुई है सारे, पर ऐसा काम किसी ने नहीं करा। गलियाँ ऐ सड़ियाँ पईयां थी हूँ सारी गलियाँ, कोई कबाड़ नहीं कोई पानी नहीं, सारा काम ऐ बढ़िया करा हुआ। ਠੀਕ ਹੈ ਜੀ। ਸੋ ਕਿਸੇ ਦੇ ਹੋਰ ਦੇ ਕੋਈ ਸਵਾਲ ਜਵਾਬ ਹੋਵੇ, ਕਿਉਂਕਿ ਪਿੰਡ ਦੇ ਵਿੱਚ ਅੱਜ ਇਹ ਜੋ ਮੀਟਿੰਗ ਰੱਖੀ ਗਈ ਹੈ ਸਵਾਲ ਜਵਾਬ ਹੋ ਰਹੇ ਨੇ। ਤੁਹਾਡੇ ਆਪਣੇ ਪਿੰਡ ਦਾ ਮਸਲਾ ਹੈ, ਤੁਸੀਂ ਗੱਲ ਕੋਈ ਰੱਖੋਗੇ ਤਾਂ ਹੀ ਕੋਈ ਹੱਲ ਨਿਕਲੂਗਾ। ਸੋ ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਸਾਹਮਣੇ ਆਣ ਕੇ ਤੁਸੀਂ ਜੋ ਗੱਲਬਾਤ ਹੈ ਇੱਥੇ ਕਰ ਸਕਦੇ ਹੋ। ਹੈ ਕਿਸੇ ਦਾ ਕੋਈ ਹੱਥ ਖੜਾ ਕਰਕੇ ਦੱਸ ਸਕਦੇ ਹੋ ਵੀ ਕਿਸੇ ਦਾ ਕੋਈ ਸਵਾਲ ਹੋਵੇ ਪੰਚਾਇਤ ਨੂੰ? ਤੁਹਾਡਾ ਕੋਈ ਹੋਵੇ ਸਵਾਲ ਜੀ? ਵਧੀਆ ਕੰਮ ਹੋ ਰਿਹਾ ਸਾਰੇ, ਘਟਿਆ ਕੰਮ ਕੋਈ ਨਹੀਂ। ਕੋਈ ਸਵਾਲ ਹੋਵੇ ਵੀ ਕੰਮ ਨਹੀਂ ਹੋਇਆ, ਪੈਂਡਿੰਗ ਪਿਆ? ਨਹੀਂ ਨਹੀਂ ਕੋਈ ਪੈਂਡਿੰਗ ਨਹੀਂ, ਕੰਮ ਬਹੁਤ ਵਧੀਆ ਹੋ ਰਿਹਾ। ਜਿਸ ਤਰ੍ਹਾਂ ਪੰਚਾਇਤ ਕਹਿ ਰਹੀ ਵੀ ਨਸ਼ੇ ਨੂੰ ਲੈ ਕੇ ਕੋਈ ਗੱਲ ਸਵਾਲ ਹੋਵੇ ਆਪਣਾ ਜੀ? ਨਹੀਂ ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਨਸ਼ੇ ਦੇ ਪ੍ਰਤੀ ਜਿਹੜਾ ਇਹ ਕਹਿ ਰਹੇ ਹੈ ਇਹ ਬਿਲਕੁਲ ਸੱਚ ਹੈ। ਪੁਲਿਸ ਬਿਲਕੁਲ ਕਾਰਵਾਈ ਨਹੀਂ ਕਰ ਰਹੀ। ਇਹਦੇ ਬਾਅਦ ਤੁਸੀਂ ਵੀ ਪ੍ਰੈਸ਼ਰ ਬਣਾਓ ਤੇ ਪਿੰਡ ਦਾ ਵੀ ਪ੍ਰੈਸ਼ਰ ਇਹੀ ਹੈ। ਬਜ਼ੁਰਗੋ ਕਿਸ ਤਰ੍ਹਾਂ ਦੇਖਦੇ ਹੋ? ਤੁਸੀਂ ਵੀ ਉਮਰ ਹੰਢਾਈ ਹੈ, ਹੁਣ ਨਸ਼ਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਕਿ ਸਰਪੰਚ ਸਾਹਿਬ ਦਾ ਸਹੀ ਕਹਿਣਾ ਹੈ ਵੀ 5-6 ਮਹੀਨੇ ਤੋਂ ਪਿੰਡ ਦੇ ਵਿੱਚ ਨਸ਼ਾ ਵੱਧ ਰਿਹਾ? ਹਾਂਜੀ ਬਿਲਕੁਲ ਵੱਧ ਰਿਹਾ ਸੀ। ਚਲੋ ਜਿਹੜੇ ਮੁੰਡਿਆਂ ਨੇ ਮੇਨ ਹਿੰਮਤ ਕੀਤੀ ਹੈ ਉਹ ਡਾਕਟਰ ਤੇ ਚਲੇ ਗਿਆ। ਹੋਰ ਵੀ ਜਿਹੜੇ ਹੈਗੇ ਇਹਨਾਂ ਦੀ ਨਿਗਾਹ ਦੇ ਵਿੱਚ ਹੈਗੇ, ਅਸੀਂ ਤਾਂ ਇਹੀ ਕਹੂੰਗੇ ਭਾਈ ਇਹਨਾਂ ਨੂੰ ਛੇਤੀ ਛੇਤੀ ਦੂਰ ਕਰੋ ਬਸ। ਪਿੰਡ ਦੇ ਨੌਜਵਾਨ ਵੀ ਇੱਥੇ ਬੈਠੇ ਨੇ, ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿਸੇ ਦਾ ਕੋਈ ਸਵਾਲ ਹੋਵੇ। ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੋਈ ਪੰਚਾਇਤ ਨੂੰ ਲੈ ਕੇ ਕੋਈ ਗੱਲਬਾਤ? ਇੱਕ ਪਿੰਡ ਦਾ ਬੱਸ ਸਟੈਂਡ ਸਾਡਾ ਪਹਿਲਾਂ ਜਦੋਂ ਬਣਿਆ ਸੀ ਜੀ, ਉਸ ਟਾਈਮ ਉਹ ਤੋਂ ਬਾਅਦ ਪੁਲ ਬਣ ਗਿਆ। ਉਸ ਤੋਂ ਬਾਅਦ ਪੁਲ ਬਣ ਗਿਆ ਤਾਂ ਉਹ ਨੀਵਾਂ ਰਹਿ ਗਿਆ ਬਹੁਤ ਉਸ ਟਾਈਮ ਉੱਥੇ। ਇਸ ਟਾਈਮ ਕੋਈ ਬੱਸ ਸਟੈਂਡ ਨਹੀਂ ਹੈਗਾ, ਉਹ ਟੀਨਾਂ ਦਾ ਆਪਣੇ ਆਪ ਬਣਾਇਆ ਵਾ। ਉੱਥੇ ਬਹੁਤ ਦਿੱਕਤ ਆਉਂਦੀ ਆਉਣ ਜਾਣ 'ਚ, ਤੇ ਉਸ ਦਾ ਕੁਝ ਕਰਿਆ ਜਾਵੇ। ਗੱਲਬਾਤ ਕਰਦੇ ਆ। ਸਰਪੰਚ ਸਾਹਿਬ ਇੱਕ ਗੱਲ ਆ ਰਹੀ ਵੀ ਬੱਸ ਸਟੈਂਡ ਬਣਾਇਆ ਸੀਗਾ ਤੇ ਉਹ ਬੱਸ ਸਟੈਂਡ ਨੀਵਾਂ ਰਹਿ ਗਿਆ ਵੀ ਉੱਥੇ ਟੀਨਾਂ ਪਈਆਂ ਹੋਈਆਂ ਨੇ, ਉਸ ਨੂੰ ਲੈ ਕੇ ਕਹਿ ਰਹੇ ਨੇ ਨੌਜਵਾਨ ਪਿੰਡ ਦੇ। ਹਾਂਜੀ ਸਾਡੇ ਕੋਲ ਉਹਦੀ ਗ੍ਰਾਂਟ ਆ ਚੁੱਕੀ ਹੈ ਆਪਣਾ ਬੱਸ ਸਟੈਂਡ ਦੀ, ਤੇ ਉਹ ਪੁਰਾਣਾ ਪਾਇਆ ਵਾ ਦੀ ਕਾਫੀ ਪੁਰਾਣਾ। ਇਹਨਾਂ ਮੁੰਡਿਆਂ ਨੇ ਆਪਣੇ ਪੈਸੇ ਇਕੱਠੇ ਕਰਕੇ ਵੇ, ਸਰਕਾਰੀ ਨਹੀਂ ਹੈ ਉਹ, ਟੀਨਾਂ ਜਿਹੀਆਂ ਪਾਈਆਂ ਤੀਆਂ ਉੱਪਰ, ਉਹ ਚੱਕ ਕੇ ਅਸੀਂ ਬਹੁਤ ਛੇਤੀ ਨਵਾਂ ਬਣਾਉਣ ਤਿਆਰ ਆ। ਸੋ ਹੋਰ ਗੱਲਬਾਤ ਕਰਦੇ ਆ, ਪਿੱਛੇ ਬਜ਼ੁਰਗ ਬੈਠੇ ਨੇ, ਬਜ਼ੁਰਗਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਅੰਕਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣਾ ਕੋਈ ਸਵਾਲ ਹੋਵੇ ਪੰਚਾਇਤ ਨੂੰ? ਨਹੀਂ ਸਵਾਲ ਕੋਈ ਨਹੀਂ, ਪੰਚਾਇਤ ਬਹੁਤ ਵਧੀਆ ਕੰਮ ਕਰ ਰਹੀ ਹੈ। ਸਿਰਫ ਨਸ਼ੇ ਵਾਲੀ ਪ੍ਰੋਬਲਮ ਹੈ ਕਿ ਬੱਚਿਆਂ ਨੂੰ ਨਸ਼ੇ ਤੋਂ ਬਚਾਇਆ ਜਾਵੇ ਕਿਸੇ ਤਰ੍ਹਾਂ ਵੀ। ਸਭ ਤੋਂ ਵੱਡੀ ਜੋ ਦਿੱਕਤ ਹੈ ਨਸ਼ਾ ਵੱਧ ਰਿਹਾ। ਨਸ਼ਾ ਵੱਧ ਰਿਹਾ, ਇਹ ਨਸ਼ੇ ਤੋਂ ਕਾਬੂ ਪਾਇਆ ਜਾਵੇ। ਚਾਹੇ ਪੁਲਿਸ ਪਾਵੇ, ਪੰਚਾਇਤ ਤਾਂ ਬਹੁਤ ਜ਼ੋਰ ਲਾ ਰਹੀ ਹੈ ਪਰ ਪੁਲਿਸ ਨਹੀਂ ਨਾ ਕੋਈ ਕਾਰਵਾਈ ਕਰ ਰਹੀ। ਇਸ ਕਰਕੇ ਪੁਲਿਸ ਕਾਰਵਾਈ ਸਖਤ ਕੀਤੀ ਜਾਵੇ ਇਹਨਾਂ ਬੰਦਿਆਂ ਤੇ। ਠੀਕ ਹੈ ਜੀ। ਜੀ ਕੋਈ ਸਵਾਲ ਹੋਵੇ ਤੁਹਾਡਾ ਪੰਚਾਇਤ ਨੂੰ? ਤੁਹਾਡਾ ਜੀ? ਠੀਕ ਹੋਏ ਜੀ, ਕੋਈ ਕਮੀ ਨਹੀਂ ਹੈ। ਠੀਕ ਚੱਲ ਰਿਹਾ ਕੰਮ? ਹਾਂ ਜੀ ਹਾਂ ਬਿਲਕੁਲ ਠੀਕ ਹੈ। ਕਈ ਵਾਰ ਇਦਾਂ ਹੁੰਦਾ ਨਾ ਵੀ ਬੰਦੇ ਸਾਹਮਣੇ ਬੈਠੇ ਆ ਵੀ ਘਬਰਾ ਰਹੇ ਆ ਵੀ ਦੱਸਣ ਜੇ ਸਾਡਾ ਕੰਮ ਪੂਰਾ ਸਹੀ ਹੋ ਰਿਹਾ, ਸਹੀ ਹੋ ਕਹਿਣਾ ਜੀ, ਸਹੀ ਕੰਮ ਹੋ ਰਿਹਾ। ਹਾਂਜੀ ਜੋ ਆਪੇ ਇਹਨਾਂ ਨੇ ਕਰ ਦੇਣੇ ਜਿਹੜੇ ਰਹਿੰਦੇ ਵੀ ਹੈ।
ਸੋ ਲਗਾਤਾਰ ਜੋ ਲਾਈਵ ਤਸਵੀਰਾਂ ਅੱਜ ਪਿੰਡ ਮਾਜਰੀ ਦੀ ਪੰਚਾਇਤ ਦੇ ਵਿੱਚ ਪਹੁੰਚੇ ਸੀਗੇ ਪਿੰਡ ਦੇ ਵਿੱਚ, ਜਿੱਥੇ ਕਿ ਇੱਕ ਪਾਸੇ ਪੰਚਾਇਤ ਨੂੰ ਸਵਾਲ ਕੀਤੇ ਜਾ ਰਹੇ ਨੇ ਪਿੰਡ ਨਿਵਾਸੀਆਂ ਦੇ, ਤੇ ਅੱਜ ਵਿੱਚ ਆ ਜਾਓ ਤੇ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਨੇ। ਹਾਂਜੀ, ਕੀ ਕਹਿਣਾ ਚਾਹੋਗੇ? ਨਸ਼ਿਆਂ ਦੇ ਉੱਪਰ ਮਤਲਬ ਕਿ ਜੋ ਵੀ ਹੈ ਵੱਧ ਰਿਹਾ ਹੈ, ਹਾਂਜੀ। ਇਹਦੇ ਕਾਰਵਾਈ ਕਰਨੀ ਚਾਹੀਦੀ ਪੁਲਿਸ ਵਾਲਿਆਂ ਨੂੰ। ਕੋਈ ਕਾਰਵਾਈ ਨਹੀਂ ਕਰ ਰਹੇ ਉਹ, ਕਈ ਇਹਨਾਂ ਸਪੋਰਟਰ ਹੈ ਪੁਲਿਸ ਨਸ਼ਿਆਂ ਵਾਲਿਆਂ ਦੇ। ਪ੍ਰਸ਼ਾਸਨ ਕਹਿੰਦਾ ਵੀ ਕਾਰਵਾਈ ਅਸੀਂ ਤਾਂ ਕਰੂੰਗੇ ਅਗਰ ਉਹਦੇ ਕੋਲ ਕੁਝ ਮਿਲੂਗਾ। ਸਮਾਨ ਸਾਰਾ ਕੁਝ ਮਿਲਿਆ ਹੈ, ਕੋਈ ਪੁਲਿਸ ਜੇ ਚੱਕ ਕੇ ਲੈ ਕੇ ਗਈ ਹੈ, ਵਾਰਨਿੰਗ ਦੇ ਰਹੀ ਹੈ, ਉਹ ਬੰਦਾ ਸਾਡੇ ਸਾਹਮਣੇ ਮੰਨਿਆ, SHO ਸਾਹਿਬ ਵੀ ਬੈਠੇ ਤੇ, ਉਹਨੇ ਕਿਹਾ ਵੀ ਮੈਂ ਖਾਂਦਾ ਵੀ ਹਾਂ ਵੇਚਦਾ ਵੀ ਹਾਂ। ਇਸ ਦੇ ਉੱਪਰ ਬੰਦਾ ਕਿਆ ਸਮਾਨ ਫੜੂਗਾ? ਤੁਸੀਂ ਆਪ ਸਮਝਦਾਰ ਆ ਵੀਰ, ਜੇ ਸਮਾਨ ਹੈਗਾ ਤਾਂ ਉਹਨਾਂ ਨੇ ਇੱਕ ਵਾਰੀ ਵਾਰਨਿੰਗ ਦੇ ਕੇ ਛੱਡੀ। ਬਾਅਦ ਚ ਕੁਝ ਲੋਕ ਆ ਪਿੰਡ ਦੇ ਬਹੁਤ ਸਪੋਰਟ ਕਰਦੇ ਆ ਉਹਨੂੰ, ਸਪੋਰਟ ਵੀ ਬਹੁਤ ਕਰਦੇ ਆ ਅੰਦਰੋਂ ਅੰਦਰ ਹੀ। ਕੀ ਉਸ ਟਾਈਮ ਤੁਸੀਂ ਉੱਥੇ ਮੌਜੂਦ ਸੀਗੇ? ਮੈਂ SHO ਦੇ ਕਮਰੇ ਸੀਗਾ। ਅੱਛਾ। ਉਹਨੇ ਆਪ ਕਿਹਾ ਮੈਂ ਗੋਲੀਆਂ ਖਾਂਦਾ ਵੀ ਹਾਂ ਵੇਚਦਾ ਵੀ ਹੈ। ਉਸ ਟਾਈਮ ਉਹਦੇ ਕੋਲ ਸੀਗੇ ਹੱਥ ਦੇ ਵਿੱਚ ਜਾਂ ਨਹੀਂ? 2 ਦਿਨ ਪਹਿਲਾਂ ਫੜਿਆ ਹੋਇਆ ਸੀਗਾ, ਉਸ ਦਿਨ ਵਾਰਨਿੰਗ ਦੇ ਕੇ ਸਾਡੇ ਸਾਹਮਣੇ ਛੱਡਿਆ, ਕਹਿੰਦਾ ਮੈਂ ਪਿੰਡ ਛੱਡ ਕੇ ਚਲੇ ਜਾਊਂਗਾ। 2 ਘੰਟੇ ਬਾਅਦ ਆ ਕੇ ਫਿਰ ਕਹਿੰਦਾ ਮੈਂ ਦੁਕਾਨ ਖੋਲਣੀ ਹੈ, ਜੋ ਮਰਜ਼ੀ ਕਰ ਲਓ। ਫਿਰ ਕੁਝ ਪਿੰਡ ਦੇ ਨੌਜਵਾਨ ਤੇ ਉਹਨਾਂ ਨੇ ਕੁੱਟਿਆ, ਫਿਰ ਤਾਂ ਭੱਜੇ ਜੀ। ਕੀ ਇਸ ਪ੍ਰਤੀ ਹੁਣ ਪੰਚਾਇਤ ਨਾਲ ਮਿਲ ਕੇ ਜਾਂ ਪ੍ਰਸ਼ਾਸਨ ਨੂੰ ਕੀ ਇਤਲਾਹ ਦਿੱਤੀ ਜਾਊਗੀ ਦੁਬਾਰਾ? ਉਹਨੂੰ ਦੱਸਤਾ ਤਾਂ ਅਸੀਂ ਵੀ ਦੁਆਰ ਤੇ ਹੁਣ ਕੋਈ ਵੀ ਮੁੱਦਾ ਨਸ਼ੇ ਦਾ ਕੋਈ ਮੁੱਦਾ ਹੋਊਗਾ, ਜੇ ਪੁਲਿਸ ਨਹੀਂ ਕੋਈ ਕਾਰਵਾਈ ਕਰੂਗੀ ਅਸੀਂ ਆਪ ਕਰੂੰਗੇ। ਤੁਸੀਂ ਵੀ ਇੱਕ ਨੌਜਵਾਨ ਹੋ, ਕੀ ਲੱਗਦਾ ਵੀ ਅਗਰ ਪਿੰਡ ਦੇ ਵਿੱਚ ਨਸ਼ਾ ਵਧੂਗਾ ਨੌਜਵਾਨੀ ਦਾ ਖਤਰੇ ਦੇ ਵਿੱਚ ਪੈ ਜਾਊਗੀ? ਵਧੇ ਰਿਹਾ ਜੀ, ਹੁਣ ਦੇ 16 17 ਸਾਲ ਦੇ ਨਿਆਣੇ ਨਸ਼ੇ ਕਰਨ ਲੱਗ ਗਏ। ਜੇ ਇਦਾਂ ਹੀ ਚੱਲਦਾ ਰਿਹਾ ਤਾਂ ਸਾਰਾ ਪਿੰਡ ਖਤਮ ਹੀ ਹੋ ਜਾਊਗਾ। ਇਹਨੂੰ ਤਾਂ ਰੋਕਣਾ ਚਾਹੀਦਾ ਨਾ। ਜੇ ਕੋਈ ਨਹੀਂ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰੂੰਗੇ ਤਾਂ ਅਸੀਂ ਸਾਰੇ ਨੌਜਵਾਨ ਕਰੂੰਗੇ ਜੀ। ਸਰਪੰਚ ਸਾਹਿਬ ਨੂੰ ਇੱਕ ਵਾਰੀ ਦੱਸਿਆ ਜਾਊਗਾ, ਜੋ ਵੀ ਇਹਨਾਂ ਨੂੰ ਦੱਸ ਕੇ ਸਾਰਾ ਕੁਝ ਕੀਤਾ ਜਾਊਗਾ ਜੀ। ਠੀਕ ਹੈ ਸਰਪੰਚ ਸਾਹਿਬ, ਇਹੀ ਬੇਨਤੀ ਹੈ ਪਿੰਡ ਨਿਵਾਸੀ ਵੀ ਜੋ ਮੇਨ ਮੁੱਦਾ ਉਹ ਨਸ਼ੇ ਦਾ ਹੀ ਹੈ, ਵੀ ਨਸ਼ੇ ਦੇ ਉੱਪਰ ਕਾਬੂ ਪਾਉਣ ਲਈ ਕੋਈ ਸਖਤ ਐਕਸ਼ਨ ਲਿੱਤਾ ਜਾਵੇ ਪੰਚਾਇਤ ਵੱਲੋਂ, ਤਾਂ ਕਿ ਪ੍ਰਸ਼ਾਸਨ ਤੱਕ ਗੱਲ ਪਹੁੰਚਾਈ ਜਾਵੇ। ਬਿਲਕੁਲ ਸਹੀ ਗੱਲ ਹੈ ਜੀ, ਇਹ ਬਹੁਤ ਬੜਾ ਮੁੱਦਾ ਹੈ। ਇਹ ਪਿੰਡ ਦੇ ਮਰਨੇ ਜਿਉਣੇ ਦੀ ਗੱਲ ਹੈ ਇਹ, ਕਿਉਂਕਿ ਜੇ ਅਸੀਂ ਜਾਨੀ ਜਰਨਲਿਸਟ ਨੂੰ ਹੁਣ ਨਾ ਸਿੱਧੇ ਰਾਹ ਪਾ ਸਕੇ ਤਾਂ ਪਿੰਡ ਖਤਮ ਹੋ ਜਾਊਗਾ। ਜਦ ਕਿ ਸਾਡੇ ਪਿੰਡ ਵਿੱਚ ਸ਼ਰਾਬ, ਫੀਮ, ਡੁੱਡ, ਇੱਥੇ ਤੱਕ ਸਿਗਰਟ ਵੀ ਹੈ ਨਹੀਂ ਸੀ, ਲੇਕਿਨ ਹੁਣ ਕੁਝ ਟਾਈਮ ਤੋਂ ਇਹ ਬਹੁਤ ਗਲਤ ਕੰਮ ਹੋ ਰਹੇ ਹੈ। ਤੇ ਅਸੀਂ ਤਾਂ ਇਹੀ ਬੇਨਤੀ ਕਰੂੰਗੇ ਆਪਣੇ ਸਤਿਕਾਰਯੋਗ MLA ਨੂੰ, ਮੰਤਰੀ ਜੀ ਨੂੰ, ਵੀ ਸਾਡੇ ਪਿੰਡ ਕਨੀ ਧਿਆਨ ਕਰਿਆ ਜਾਵੇ। ਇਸ ਟਾਈਮ ਪਿੰਡ ਬਿਲਕੁਲ ਸਾਡਾ ਸਹੀ ਹੈ, ਤੇ ਅਗਰ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਮੇਰੇ ਕੋਲ ਪਿੰਡ ਦੇ ਨੌਜਵਾਨ ਰੋਜ਼ 10-12 ਇਕੱਠੇ ਹੋ ਕੇ ਆਉਂਦੇ ਆ ਵੀ ਅਸੀਂ ਛੱਡਣਾ ਨਹੀਂ ਜਿਹੜਾ ਸਾਡੇ ਕੋਲ ਫਸ ਗਿਆ, ਅਗਰ ਪੁਲਿਸ ਸਾਹਿਬ ਹੱਥ ਖੜੇ ਕਰ ਗਈ। ਤੇ ਅਖੀਰ ਵਿੱਚ ਜੋ ਪਿੰਡ ਵਾਲਿਆਂ ਦੇ ਸਵਾਲ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਜਿਹਨੇ ਸਵਾਲ ਕਰੇ ਆ ਬਹੁਤ ਅੱਛੀ ਗੱਲ ਹੈ, ਉਹ ਅਸੀਂ ਪਹਿਲਾਂ ਹੀ ਨੋਟ ਕਰੇ ਹੋਏ ਆ, ਤੇ ਉਹ ਮੁੱਦੇ ਜਿਹੜੇ ਇਹਨਾਂ ਦੇ ਬਹੁਤ ਵਧੀਆ ਹੈ। ਮੈਂ ਅੱਗੇ ਵਾਸਤੇ ਵੀ ਕਹੂੰਗਾ ਵੀ ਜੋ ਕੋਈ ਗੱਲ ਸਾਡੀ ਨੌਲੇਜ ਵਿੱਚ ਨਹੀਂ ਹੈ ਉਹ ਸਾਨੂੰ ਦੱਸੀ ਜਾਵੇ, ਤੇ ਬਹੁਤ ਛੇਤੀ ਕਰਨ ਦੀ ਕੋਸ਼ਿਸ਼ ਕਰੂੰਗੇ। ਪਰਮਾਤਮਾ ਨੇ, ਮੈਂ ਬਾਬਾ ਦਿਆਨਾਥ ਦਾ ਧੰਨਵਾਦ ਕਰੂੰਗਾ, ਸਾਨੂੰ ਸਮਰੱਥਾ ਦਈ ਹੈ ਕਿ ਚਾਹੇ ਕੰਮ 2 ਲੱਖ ਦਾ ਹੈ ਚਾਹੇ 25 ਲੱਖ ਦਾ ਹੈ, ਤਾਂ ਸਾਡੀ ਪੰਚਾਇਤ ਨਗਰ ਨਿਵਾਸੀਆਂ ਸਹਿਯੋਗ ਨਾਲ ਉਹ ਹੱਥ ਪਾ ਕੇ ਸਿਰੇ ਚਾੜ ਸਕਦੀ ਹੈ। ਇਹ ਉਸ ਬਾਬਾ ਦੇ ਨਾਂ ਦੀ ਕਿਰਪਾ ਹੈ। ਤੇ ਅੱਗੇ ਵਾਲਾ ਸਾਲ 1.5 ਸਾਲ ਮਾ ਚਾਹੇ ਕੰਮ 20 ਲੱਖ ਦਾ ਹੈ ਚਾਹੇ 50 ਲੱਖ ਦਾ ਹੈ, ਅਸੀਂ ਜੋ ਛੱਡਣਾ ਕੋਈ ਨਹੀਂ, ਸਾਰੇ ਪੂਰੇ ਕਰਨੇ ਹੈ। ਸਾਡੇ ਪਾਸ ਸਰਕਾਰ ਦਾ ਸਾਡੇ ਸਿਰ ਪਰ ਹੱਥ ਹੈ, ਤੇ ਅਸੀਂ ਚਾਹੁੰਦੇ ਵੀ ਸਾਲ 1.5 ਸਾਲ ਵਿੱਚ ਸਾਡਾ ਪਿੰਡ ਜਿਹੜਾ ਬਹੁਤ ਤਰੱਕੀ ਪਰ ਜਾਵੇ। ਲੇਕਿਨ ਇੱਕ ਮੁੱਦਾ ਸਾਡਾ ਇਹੀ ਅੜ ਰਿਹਾ ਹੈ, ਜਿਹੜਾ ਨਸ਼ੇ ਦਾ, ਇਹ ਸਾਡੇ ਬਸਤੇ ਬਾਹਰ ਹੁੰਦਾ ਜਾ ਰਿਹਾ ਹੈ। ਇਹ ਪਤਾ ਨਹੀਂ ਕਿਆ ਸਹਿ ਕਿਹਦੀ ਸਹਿ, ਉਹ 5-4 ਬੰਦੇ ਆ ਇਹ ਜਿਹਨਾਂ ਦੀ ਕੋਈ ਜੁੰਡਲੀ ਹੈ, ਤੇ ਉਹੀ ਜੁੰਡਲੀ ਦੇ ਸਾਨੂੰ ਵਾਈ ਢਾਈ ਨਹੀਂ ਲਾ ਰਹੇ, ਨਾ ਇਹਨਾਂ ਦਾ ਕੋਈ ਪਰਚਾ, ਨਾ ਇਹਨਾਂ ਨੂੰ ਫੜਿਆ ਜਾਂਦਾ ਅੱਜ ਤੱਕ, ਕਦੀ ਵੀ ਇਹ ਫੜ ਕੇ ਥਾਣੇ 'ਚ ਨਹੀਂ ਬਿਠਾਲੇ। ਤਾਂ ਸਾਡੀ ਬੇਨਤੀ ਹੈ ਵੀ ਇਹਨਾਂ ਨੂੰ ਕਾਬੂ ਕਰਿਆ ਜਾਵੇ, ਤਾਂ ਅਗਲੇ ਨੂੰ ਹੱਦਣਗੇ, ਨਹੀਂ ਸਾਡੇ ਮੁੰਡੇ ਗਏ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਧੰਨਵਾਦ ਜੀ। ਸੋ ਤਸਵੀਰਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਲਾਈਵ ਪੰਚਾਇਤ ਨੂੰ ਸਵਾਲ ਕੀਤੇ ਗਏ ਨੇ ਪਿੰਡ ਨਿਵਾਸੀਆਂ ਵੱਲੋਂ ਕੰਮਾਂ ਕਾਰਾਂ ਨੂੰ ਲੈ ਕੇ, ਜਿੱਦਾਂ ਸਰਪੰਚ ਸਾਹਿਬ ਨੇ ਸਭ ਤੋਂ ਪਹਿਲਾਂ ਦੱਸਿਆ ਵੀ ਮੈਂ ਕਿਹੜੇ ਪੰਚਾਇਤ ਦੇ ਥਰੂ ਜਿਹੜੇ ਕੰਮ ਪਿੰਡ ਦੇ ਵਿੱਚ ਹੋਏ ਨੇ ਜਾਂ ਜਿਹੜੇ ਪੈਂਡਿੰਗ ਨੇ ਉਸ ਨੂੰ ਲੈ ਕੇ ਸਵਾਲ ਜਵਾਬ ਹੋਏ ਸੀਗੇ। ਸਭ ਤੋਂ ਬੜਾ ਮੁੱਦਾ ਜੋ ਇਸ ਮਾਜਰੀ ਦੀ ਪੰਚਾਇਤ ਵੱਲੋਂ ਜਾਂ ਇਲਾਕਾ ਨਿਵਾਸੀਆਂ ਵੱਲੋਂ ਇਹ ਨਿਕਲਿਆ ਵੀ ਨਸ਼ਾ 5-6 ਮਹੀਨਿਆਂ ਤੋਂ ਬਹੁਤ ਜ਼ਿਆਦਾ ਵੱਧ ਰਿਹਾ ਹੈ। ਪਿੱਛੇ ਜਿਹੇ ਇੱਕ ਡਾਕਟਰ ਦੀ ਘਟਨਾ ਹੋਈ ਸੀ, ਉਸ ਨੂੰ ਲੈ ਕੇ ਪਿੰਡ ਦੇ ਵਿੱਚ ਇੱਕ ਡਰ ਦਾ ਮਾਹੌਲ ਬੈਠਿਆ ਹੋਇਆ ਵੀ ਕਿਤੇ ਸਾਡੇ ਜਿਹੜੇ ਪਿੰਡ ਦੇ ਮੁੰਡੇ ਨੇ ਜਾਂ ਨੌਜਵਾਨ ਨੇ ਉਹ ਨਸ਼ੇ ਦੀ ਲੱਤ ਦੇ ਨਾਲ ਲੱਗ ਜਾਣ। ਉਸ ਨੂੰ ਲੈ ਕੇ ਅੱਜ ਪੂਰੀ ਸੱਥ ਇੱਥੇ ਲੱਗੀ ਹੋਈ ਸੀ, ਸਾਰੇ ਦੇ ਸਵਾਲ ਜਵਾਬ ਹੋਏ ਨੇ, ਪਰ ਇੱਕੋ ਸਵਾਲ ਨਿਕਲ ਰਿਹਾ ਵੀ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜੋ ਬਣਦੀ ਕਾਰਵਾਈ ਹੈ ਉਹ ਪ੍ਰਸ਼ਾਸਨ ਵੱਲੋਂ ਕੀਤੀ ਜਾਵੇ। ਸੋ ਇਸ ਵੀਡੀਓ ਨੂੰ ਦੂਜੀ ਪੰਚਾਇਤਾਂ ਤੱਕ ਜ਼ਰੂਰ ਪਹੁੰਚਾਇਓ। ਇੱਕ ਵੱਡਾ ਕਦਮ ਅੱਜ ਮਾਜਰੀ ਦੀ ਪੰਚਾਇਤ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਕਿਉਂਕਿ ਕੀਤਾ ਜਾ ਰਿਹਾ ਹੈ। ਸੋ ਪੰਚਾਇਤ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ, ਕਿਉਂਕਿ ਸਾਰਿਆਂ ਦੀ ਏਕਤਾ ਨਾਲ ਇਸ ਨਸ਼ੇ ਨੂੰ ਆਪਾਂ ਅੱਗੇ ਹੋ ਕੇ ਖਤਮ ਕਰ ਸਕਦੇ ਹਾਂ। ਧੰਨਵਾਦ ਜੀ।